ਰਾਹੁਲ ਗਾਂਧੀ ਪਤਾ ਨਹੀਂ ਕਿੱਥੇ ਬੈਠੇ ਹੋਏ ਨੇ, ਉੱਥੋਂ ਹੀ ਸਾਰੀਆਂ ਡਾਇਰੈਕਸ਼ਨਸ ਦੇ ਰਹੇ ਨੇ, ਉਂਗਲੀ ਘੁਮਾ ਰਹੇ ਨੇ। ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਤੋਂ ਨਾ ਕੁਛ ਜਾਪੇ ਨੇ। ਨਵਜੋਤ ਸਿੱਧੂ ਦੇ ਤੇ ਪਹਿਲਾਂ ਤੋਂ ਆਦਤ ਇਹ ਹੈ ਕਿ ਜਿੱਥੇ ਉਹਨਾਂ ਨੇ ਬੋਲਣਾ ਹੁੰਦਾ ਫਿਰ ਕਿਸੇ ਦੀ ਸੁਣਦੇ ਨਹੀਂ। ਕੈਪਟਨ ਅਮਰਿੰਦਰ ਸਿੰਘ ਕਹਿ ਦੇਣ ਕਿ ਠੀਕ ਹੈ ਜੀ, ਇਹ ਬੰਦਾ ਤੇ ਪਾਰਟੀ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੈ, ਇਹਨੂੰ ਬਾਹਰ ਕੱਢ ਕੇ ਮਾਰੋ। ਨਵਜੋਤ ਸਿੰਘ ਸਿੱਧੂ ਨੇ ਬਾਹਰ ਨਿਕਲ ਕੇ ਜਿਹੜੀ ਗੱਲ ਆਖੀ ਹੈ ਉਹ ਵੀ ਸੁਣਨ ਵਾਲੀ ਹੈ, ਪਰ ਰਾਹੁਲ ਗਾਂਧੀ ਦੂਰ ਬੈਠੇ ਹੀ ਰਿਮੋਟ ਕੰਟਰੋਲ ਦੇ ਨਾਲ ਮਸਲਾ ਜਿਹੜਾ ਹੈ ਉਹ ਸੁਲਝਾਉਣ ਦਾ ਯਤਨ ਕਰ ਰਹੇ ਨੇ। ਸਿੱਧੂ ਸਾਹਿਬ ਨੂੰ ਹੁਣ ਥਾਂ-ਥਾਂ ਅਲਖ ਜਗਾਉਣ ਦੇ ਨਾਲੋਂ ਇੱਕ ਥਾਂ ਬਹਿ ਕੇ ਸੋਚ ਲੈਣਾ ਚਾਹੀਦਾ ਹੈ। ਜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਨੇ ਉੱਥੇ ਦੇ ਕਹਾਉਂਦੇ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਪੈਠ ਬਣਾਈ ਹੋਈ ਹੈ। ਸਿੱਧੂ ਸਾਹਿਬ ਦੇ ਪੋਸਟਰ ਲੱਗ ਗਏ ਨੇ ਜੀ ਕੰਧਾਂ ਤੇ ਗੁੰਮਸ਼ੁਦਗੀ ਦੇ। ਪੋਸਟਰਾਂ ਦਾ ਰਿਵਾਜ ਹੀ ਨਵਜੋਤ ਸਿੰਘ ਸਿੱਧੂ ਤੋਂ ਸ਼ੁਰੂ ਹੋਇਆ ਸੀ। ਰਾਮਦੇਵ ਨੇ ਬੀਤੇ ਦਿਨ ਜਿਹੜੀਆਂ ਟਿੱਪਣੀਆਂ ਦਿੱਤੀਆਂ ਨੇ ਉਹ ਚੁੱਪ ਕਰਕੇ ਬਹਿ ਗਏ ਨੇ ਜਾਂ ਫਿਰ ਕਾਲੀ ਫੰਗਸ ਦੀ ਦਵਾਈ ਤਿਆਰ ਕਰ ਰਹੇ ਨੇ। ਬਾਬਾ ਰਾਮਦੇਵ ਆਪਣਾ ਡਗਾ ਵਜਾਉਣੋਂ ਨਹੀਂ ਹਟਦੇ। ਕਿਸਾਨ ਅੰਦੋਲਨ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਪਲੇਟਫਾਰਮ ਤੇ ਬਿਲਕੁਲ ਖਤਮ ਹੋ ਰਿਹਾ ਹੈ। ਤੁਹਾਡੀ ਉਮਰ ਦੇ ਵਿਅਕਤੀ ਜਿਹੜੇ ਨੇ ਉਹ ਇਹੋ ਹੀ ਮਹਿਸੂਸ ਕਰਨਾ ਕਿ ਜੋ ਸੋਸ਼ਲ ਮੀਡੀਆ ਤੇ ਹੈ ਤੇ ਜਿਸ ਤਰ੍ਹਾਂ ਹੈ ਤੇ ਸ਼ਾਇਦ ਇਹੋ ਹੀ ਅਸਲੀਅਤ ਹੈ। ਮੈਂ ਗੱਲ ਕਰ ਰਹੀ ਸੋਸ਼ਲ ਮੀਡੀਆ ਤੇ ਜਿਹੜੇ ਬਹੁਤ ਐਕਟਿਵ ਸੀ ਪਹਿਲਾਂ, ਉਹ ਅੱਜ ਕੱਲ ਮੱਠੇ ਪੈ ਗਏ। ਸੋਸ਼ਲ ਮੀਡੀਆ ਦਾ ਇੱਕ ਆਪਣਾ ਵਰਤਾਰਾ ਹੈ ਜਿਸ ਨੂੰ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਇਸੇ ਤੇ ਹੈ। ਕਿਸਾਨ ਅੰਦੋਲਨ ਹੈ, ਜ਼ਿੰਦਾ ਹੈ ਤੇ ਕਿਸਾਨਾਂ ਵੱਲੋਂ ਨਵੀਆਂ ਰਣਨੀਤੀਆਂ ਦਿਨ-ਬ-ਦਿਨ ਜਿਹੜੀਆਂ ਉਹ ਲਿਖੀਆਂ ਜਾ ਰਹੀਆਂ। ਸ਼ਾਬਾਸ਼ ਨਵਜੋਤ ਸਿੱਧੂ ਐਂਡ ਕੰਪਨੀ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਹਟਾ ਕੇ ਤੇ ਜਿਹੜਾ ਆਪਣੀ ਖਾਨਾ ਜੰਗੀ ਵੱਲ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਗੱਲਾਂ ਨਾਲ ਭਰਿਆ ਹੋਇਆ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਂਗਰਸ ਦੀ ਖਾਨਾ ਜੰਗੀ ਦੀ ਗੱਲ ਕਰਾਂਗੇ ਕਿ 3 ਮੈਂਬਰੀ ਕਮੇਟੀ ਨੇ ਕੁਝ ਸੁਲਝਾਇਆ ਹੈ ਜਾਂ ਅੱਲੇ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਸ ਤੋਂ ਇਲਾਵਾ ਅਮੀਰ ਲੋਕ ਜਿਹੜੇ ਨੇ ਛੱਡ ਕੇ ਭਾਰਤ ਨੂੰ ਬਾਹਰ ਨੂੰ ਦੌੜ ਰਹੇ ਨੇ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ CBSE ਨੇ ਜਿਹੜਾ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਉਹ ਕਿੰਨਾ ਕੁ ਵਾਜਬ ਹੈ, ਇਹ ਸਾਰੇ ਮੁੱਦੇ ਡਿਸਕਸ ਕਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ ਨੂੰ ਛੋਹਾਂਗੇ। ਇਸ ਵੇਲੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਐਕਸਪਰਟ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜਗਦੀਨ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਕਾਂਗਰਸ ਦੀ ਜਿਹੜੀ ਖਾਨਾ ਜੰਗੀ ਚੱਲ ਰਹੀ ਆ, 3 ਮੈਂਬਰੀ ਕਮੇਟੀ ਜਿਹੜੀ ਆ ਉਹ ਸੁਲਝਾ ਰਹੀ ਹੈ ਇਸ ਮਸਲੇ ਨੂੰ, 1-to-1 ਮੀਟਿੰਗਾਂ ਵੀ ਕਰ ਰਹੇ ਨੇ। ਕੀ ਲੱਗਦਾ ਵੀ ਉਹ ਸੁਲਝਾ ਲੈਣਗੇ, ਕੁਝ ਨਿਕਲ ਕੇ ਬਾਹਰ ਆਊਗਾ ਜਾਂ ਫਿਰ ਹਾਲੇ ਉਹੀ ਹਾਲ ਆ? ਇਹ ਮੀਟਿੰਗਾਂ ਚੱਲ ਰਹੀਆਂ ਨੇ, ਮੀਟਿੰਗਾਂ ਦਾ ਦੌਰ ਚੱਲ ਰਿਹਾ। ਕੱਲ ਜਿਹੜੀਆਂ ਮੀਟਿੰਗਾਂ ਹੋਈਆਂ ਉੱਪਰੋਂ ਥੜੀ ਪੰਜਾਬ ਦੇ ਜਿੰਨੇ ਕੁ ਵਿਧਾਇਕ ਤੇ ਜਿੰਨੇ ਕੁ ਮੰਤਰੀ ਉੱਥੇ ਗਏ ਸਨ, ਉਹਨਾਂ ਨੂੰ ਸਮਾਂ ਦਿੱਤਾ ਗਿਆ 10 ਤੋਂ 15 ਮਿੰਟ ਦਾ ਇਕੱਲੇ ਨੂੰ। ਰਾਹੁਲ ਗਾਂਧੀ ਨੇ ਵੱਖਰੇ ਤੌਰ ਤੇ ਸਾਰਿਆਂ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਹੈ ਫੋਨ ਦੇ ਜ਼ਰੀਏ। ਰਾਹੁਲ ਗਾਂਧੀ ਪਤਾ ਨਹੀਂ ਕਿੱਥੇ ਬੈਠੇ ਹੋਏ ਨੇ, ਉੱਥੋਂ ਹੀ ਸਾਰੀਆਂ ਡਾਇਰੈਕਸ਼ਨਸ ਦੇ ਰਹੇ ਨੇ, ਉਂਗਲੀ ਘੁਮਾ ਰਹੇ ਨੇ। ਮਲਿਕਾਰਜੁਨ ਖੜਗੇ, ਅਗਰਵਾਲ ਸਾਹਿਬ ਤੇ ਹਰੀਸ਼ ਰਾਵਤ, ਇਹ 3 ਆਗੂ ਜਿਹੜੇ ਨੇ ਉਹ ਲੱਗੇ ਹੋਏ ਨੇ ਇਸ ਮਸਲੇ ਨੂੰ ਹੱਲ ਕਰਵਾਉਣ ਖਾਤਰ। ਹੁਣ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਨਵਜੋਤ ਸਿੱਧੂ ਤੇ ਹੁੰਦੀਆਂ ਨੇ। ਨਵਜੋਤ ਸਿੱਧੂ ਵੀ ਮਿਲ ਕੇ ਆਏ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਕੱਲੇ ਨੂੰ 10 ਤੋਂ 15 ਮਿੰਟ ਦਾ ਮੌਕਾ ਜਿਹੜਾ ਹੈ ਉਹ ਦਿੱਤਾ ਗਿਆ। 15 ਹੱਦ ਕਿਸੇ ਨੂੰ 20 ਦਿੱਤੇ ਗਏ ਹੋਣਗੇ, ਪਰ ਇਕੱਲੇ ਨਵਜੋਤ ਸਿੱਧੂ ਨੂੰ 2 ਘੰਟੇ ਤੋਂ ਵੱਧ ਦਾ ਸਮਾਂ ਉਹ ਦਿੱਤਾ ਗਿਆ। ਹੁਣ ਇਹ ਕਿੰਨੇ ਭਰੇ ਪੀਤੇ ਨੇ ਉਹ ਪੰਜਾਬ ਦੇ ਆਗੂ, ਤੇ ਇਹਨਾਂ ਵਿੱਚੋਂ ਕੌਣ-ਕੌਣ ਕੈਪਟਨ ਅਮਰਿੰਦਰ ਸਿੰਘ ਦਾ ਹਮਾਇਤੀ ਹੈ ਤੇ ਕੌਣ-ਕੌਣ ਵਿਰੋਧੀ ਹੈ, ਕੌਣ ਉਹਨਾਂ ਦੀ ਨੀਤੀਆਂ ਨੂੰ ਭੰਡ ਰਿਹਾ ਹੈ ਤੇ ਕੌਣ ਉਹਨਾਂ ਦੀ ਪ੍ਰਸ਼ੰਸਾ ਕਰ ਰਿਹਾ। ਇਸ ਗੱਲ ਦਾ ਅੰਦਾਜ਼ਾ ਜਿਹੜੀ ਕਮੇਟੀ ਬਣਾਈ ਹੋਈ ਹੈ ਉਹਨਾਂ ਨੇ ਗੱਲ ਮੰਨੀ ਹੈ ਕਿ ਜ਼ਿਆਦਾ ਲੋਕ ਜਿਹੜੇ ਨੇ, ਜ਼ਿਆਦਾ ਵਿਅਕਤੀ ਜਿਹੜੇ ਉਹਨਾਂ ਨੂੰ ਮਿਲੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਿੱਚ ਹੀ ਭੁਗਤੇ ਨੇ। ਭਾਵ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਾਲੇ ਲੋਕ ਜਾਂ ਤਾਂ ਉੱਥੇ ਬਹੁਤੇ ਗਏ ਨਹੀਂ ਹਨ, ਥੋੜੇ ਜਿਹੇ ਨਾਮ ਜਿਨ੍ਹਾਂ ਦੇ ਲੈ ਜਾ ਸਕਦੇ ਹਨ ਕਿ ਉਹ ਗਏ ਸਨ, ਪਰ ਜਿੰਨੇ ਆਗੂ ਗਏ ਨੇ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕੰਮਾਂ ਤੋਂ ਨਾ ਕੁਛ ਜਾਪੇ ਨੇ ਤੇ ਉਹ ਵਿਰੋਧ ਹੀ ਭੁਗਤੇ ਨੇ ਤੇ ਆਪਣੀ ਗੱਲ ਕਰਕੇ ਬਾਹਰ ਆ ਗਏ ਨੇ। ਇਹ ਗੱਲ ਗੌਰ ਨਾਲ ਸੁਣਨ ਵਾਲੀ ਹੈ ਕਿ ਕਮੇਟੀ ਨੂੰ, ਜਿਹੜੀ 3 ਮੈਂਬਰੀ ਕਮੇਟੀ ਉਹਨਾਂ ਦੀ ਗੱਲਬਾਤ ਸੁਣ ਰਹੀ ਹੈ, ਉਹਨਾਂ ਨੂੰ ਬਹੁਤਾ ਬੋਲਣ ਦਾ ਮੌਕਾ ਨਹੀਂ ਮਿਲਦਾ। ਇਹ ਇੰਨੇ ਮੁੱਲ ਹੋ ਕੇ ਜਾਂਦੇ ਨੇ ਇੱਥੋਂ ਤੇ ਸਾਰਾ ਕੁਝ ਜਿਹੜਾ ਹੈ ਉੱਥੇ ਖਾਲੀ ਕਰਕੇ ਆ ਜਾਂਦੇ ਨੇ ਜੋ ਇਹਨਾਂ ਦੇ ਦਿਮਾਗ ਦੇ ਵਿੱਚ ਹੁੰਦਾ ਹੈ, ਤੇ ਆਪ ਹੀ ਜਾ ਕੇ ਉੱਥੇ ਸਾਰਾ ਕੁਝ ਅਨਾਉਂਸ ਕਰਦੇ ਨੇ, ਬੋਲਦੇ ਨੇ ਤੇ ਗੱਲ ਕਰਕੇ ਬਾਹਰ ਆ ਜਾਂਦੇ ਨੇ। ਹੁਣ ਨਵਜੋਤ ਸਿੱਧੂ ਦੇ ਤੇ ਪਹਿਲਾਂ ਤੋਂ ਆਦਤ ਇਹ ਹੈ ਕਿ ਜਿੱਥੇ ਉਹਨਾਂ ਨੇ ਬੋਲਣਾ ਹੁੰਦਾ ਫਿਰ ਕਿਸੇ ਦੀ ਸੁਣਦੇ ਨਹੀਂ।
ਤੇ ਉਹ ਲਗਾਤਾਰ ਬੋਲਦੇ ਨੇ। ਨਵਜੋਤ ਸਿੱਧੂ ਜਿਹੜੇ ਨੇ ਉਹਨਾਂ ਨੇ ਗੱਲ ਦੀ ਸ਼ੁਰੂਆਤ ਜਿਹੜੀ ਹੈ ਵਿਸਲ ਬਲੋਇੰਗ ਜਿਹੜੀ ਕੀਤੀ ਹੈ ਪੰਜਾਬ ਦੇ ਵਿੱਚ, ਉਹ ਨਵਜੋਤ ਸਿੱਧੂ ਨੇ ਹੀ ਸਹੀ ਮਾਇਨਿਆਂ ਦੇ ਵਿੱਚ ਕੀਤੀ ਹੈ। ਜਦੋਂ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿਸਾਨ ਅੰਦੋਲਨ ਦੇ ਮੁੱਦੇ ਤੇ ਜਦੋਂ ਸਾਰੇ ਜਣੇ ਇਹ ਕਹਿ ਰਹੇ ਸਨ ਕਿ ਕਿਸਾਨ ਅੰਦੋਲਨ ਤੇ ਉਸ ਤੋਂ ਬਾਅਦ ਪੈਦਾ ਹੋਈਆਂ परिस्थितियां ਦੇ ਮੱਦੇ ਨਜ਼ਰ ਨਵਜੋਤ ਸਿੰਘ ਸਿੱਧੂ ਜਿਹੜੇ ਹਨ ਪੱਕੇ ਤੌਰ ਤੇ ਜਿਹੜੇ ਹਨ ਉਹ ਕਾਂਗਰਸ ਦੇ ਵਿੱਚ ਬਣੇ ਰਹਿਣਗੇ ਤੇ ਡਟ ਕੇ 2022 ਦੀਆਂ ਚੋਣਾਂ ਦੇ ਵਿੱਚ ਉਹ ਠੋਕ ਕੇ ਪ੍ਰਚਾਰ ਜਿਹੜਾ ਹੈ ਕਾਂਗਰਸ ਦੇ ਹੱਕ ਦੇ ਵਿੱਚ ਕਰਨਗੇ। ਹੁਣ ਚੋਣਾਂ ਦੇ ਬਾਰੇ ਛੋਟੀ ਜਿਹੀ ਮੈਂ ਗੱਲ ਕਰ ਦੇਵਾਂ ਕਿ ਇਲੈਕਸ਼ਨ ਕਮਿਸ਼ਨ ਨੇ ਆਪਣੀ ਗੱਲ ਸਾਫ਼ ਕਰ ਦਿੱਤੀ ਹੈ ਕਿ ਅਗਲੇ ਸਾਲ ਫਰਵਰੀ ਦੇ ਵਿੱਚ ਜਿਹੜੀਆਂ ਚੋਣਾਂ ਡਿਊ ਨੇ, ਹੋਰ ਕਈ ਸੂਬਿਆਂ ਦੇ ਵਿੱਚ ਵੀ ਹਨ, ਪਰ ਸਭ ਤੋਂ ਵੱਡੀਆਂ ਚੋਣਾਂ ਜਿਹੜੀਆਂ ਭਾਰਤ ਵਿੱਚ ਹੋਣੀਆਂ ਹਨ ਉਹ ਉੱਤਰ ਪ੍ਰਦੇਸ਼ ਵਿੱਚ ਦੱਸੀਆਂ ਜਾਂਦੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ ਗੋਆ ਦੇ ਵਿੱਚ ਇਹਨਾਂ ਤੇ ਸਾਰਿਆਂ ਦੀ ਅੱਖ ਰਹੇਗੀ ਕਿ ਇੱਥੇ ਚੋਣਾਂ ਕਿਵੇਂ ਹੁੰਦੀਆਂ ਨੇ ਤੇ ਨਤੀਜੇ ਕੀ ਆਉਂਦੇ ਨੇ। ਹੁਣ ਪੰਜਾਬ ਦੇ ਵਿੱਚ ਚੋਣਾਂ ਦਾ ਮੁੱਢ ਵੱਜਦਾ ਜਾ ਰਿਹਾ ਹੈ। ਯੂਪੀ ਦੇ ਵਿੱਚ ਸਥਿਤੀ ਜਿਹੜੀ ਹੈ ਵੱਖੋ ਵੱਖ ਹੈ, ਉਹਦੇ ਬਾਰੇ ਫੇਰ ਕਿਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਦਰਸ਼ਕਾਂ ਨਾਲ ਸਾਂਝੀ ਕਰਾਂਗੇ, ਪਰ ਹਾਲ ਦੀ ਘੜੀ ਪੰਜਾਬ ਤੇ ਕੇਂਦਰਿਤ ਕਰਦੇ ਹਾਂ। ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਇਸ ਵੇਲੇ ਬਣ ਗਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਖੇਮੇ ਨੂੰ ਜੋ ਉਹਨਾਂ ਨੇ ਇੱਕ ਬਹੁਤ ਐਗਰੈਸਿਵ ਅਪਰੋਚ ਅਪਣਾਉਂਦੇ ਸਨ ਕਿ ਜਦੋਂ ਕੋਈ ਉਹਨਾਂ ਦੇ ਵਿਰੁੱਧ ਬੋਲਦਾ ਸੀ ਤੇ ਉਸ ਤੋਂ ਥੋੜਾ ਲਿਫਣਾ ਪਿਆ ਉਹਨਾਂ ਨੂੰ। ਹੁਣ ਇਹ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਹਿ ਦੇਣ ਕਿ ਠੀਕ ਹੈ ਜੀ ਇਹ ਬੰਦਾ ਤੇ ਪਾਰਟੀ ਵਿਰੋਧੀ ਕਾਰਵਾਈਆਂ ਦੇ ਵਿੱਚ ਸ਼ਾਮਲ ਹੈ, ਇਹਨੂੰ ਬਾਹਰ ਕੱਢ ਕੇ ਮਾਰੋ ਤੇ ਸਿੱਟ ਦਿਓ, ਇਹ ਕੰਮ ਨਹੀਂ ਹੁਣ ਚੱਲਣਾ। ਨਵਜੋਤ ਸਿੰਘ ਸਿੱਧੂ ਨੇ ਬਾਹਰ ਨਿਕਲ ਕੇ ਜਿਹੜੀ ਗੱਲ ਆਖੀ ਹੈ ਉਹ ਵੀ ਸੁਣਨ ਵਾਲੀ ਹੈ। ਉਸ ਨੂੰ ਜੇ ਗੌਰ ਨਾਲ ਵੇਖੀਏ ਤੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵਾਲੇ ਸਟੈਂਡ ਤੇ ਕਾਇਮ ਹਾਂ। ਭਾਵ ਅੰਦਰ ਉਹ ਆਪਣੀ ਗੱਲ ਕਰਕੇ ਆ ਗਏ ਨੇ, ਉਹਨਾਂ ਨੂੰ ਕੋਈ ਛੋਟੀ ਮਿਲੀ ਹੈ ਜਾਂ ਨਹੀਂ ਮਿਲੀ ਇਸ ਗੱਲ ਦਾ ਕੁਝ ਪਤਾ ਨਹੀਂ, ਤੇ ਪਹਿਲਾਂ ਵਾਲੇ ਸਟੈਂਡ ਤੋਂ ਕਾਇਮ ਭਾਵ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਟੈਂਡ ਬਦਲੀ ਵੀ ਕਰ ਲੈਣ। ਪਰ ਉਹਨੇ ਕਿਹਾ ਕਿ ਮੈਂ ਪੰਜਾਬ ਲਈ ਤੇ ਪੰਜਾਬੀਅਤ ਲਈ ਤੇ ਪੰਜਾਬੀਆਂ ਦੇ ਹੱਕਾਂ ਲਈ ਖਲੋਇਆ ਸੀ ਤੇ ਖਲੋਤਾ ਰਹਾਂਗਾ। ਇਹ ਉਹਨਾਂ ਨੇ ਐਦ ਕੀਤਾ, ਸਾਰਿਆਂ ਦੇ ਸਾਹਮਣੇ ਵਾਅਦਾ ਕੀਤਾ। ਕਾਲੀ ਪੱਗ ਬੰਨ ਕੇ ਗਏ ਨੇ, ਇਹ ਨਹੀਂ ਪਤਾ ਕਿ ਕਿਉਂ ਉਹਨਾਂ ਨੇ ਰੰਗ ਚੂਜ਼ ਕੀਤਾ। ਬਹੁਤ ਘੱਟ ਕਾਲੇ ਰੰਗ ਦੀ ਪੱਗ ਜਿਹੜੀ ਆਮ ਤੌਰ ਤੇ ਉਹਨਾਂ ਦੇ ਦੇਖੀ ਜਾਂਦੀ ਹੈ ਸਜਾਈ ਹੋਈ ਸਿਰ ਤੇ, ਪਰ ਉਹ ਗਏ ਨੇ, ਉਹਨਾਂ ਨੇ ਆਪਣੀ ਗੱਲ ਕੀਤੀ ਹੈ। ਸਾਰੇ ਚੀਜ਼ ਦਾ ਕੇਂਦਰ ਬਿੰਦੂ ਜਿਹੜਾ ਨਾ ਨਵਜੋਤ ਸਿੱਧੂ ਬਣੇ ਹੋਏ ਨੇ, ਪਰ ਰਾਹੁਲ ਗਾਂਧੀ ਦੂਰ ਬੈਠੇ ਹੀ ਰਿਮੋਟ ਕੰਟਰੋਲ ਦੇ ਨਾਲ ਮਸਲਾ ਜਿਹੜਾ ਹੈ ਉਹ ਸੁਲਝਾਉਣ ਦਾ ਯਤਨ ਕਰ ਰਹੇ ਨੇ। ਉਹਨਾਂ ਨੇ ਬਾਹਰ ਆ ਕੇ ਕਈਆਂ ਨੇ ਮਾੜੀ ਮੋਟੀ ਗੱਲ ਜਿਹੜੀ ਹੈ ਕੀਤੀ ਹੈ, ਇੱਥੋਂ ਤੱਕ ਕਿ ਵਿਧਾਇਕ ਸੰਗਤ ਸਿੰਘ ਗਿਲਜੀਆਂ ਜੋ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਹੀ ਮੰਨੇ ਜਾਂਦੇ ਨੇ, ਭਾਵੇਂ ਪਰਸਨਲ ਗਰਜ ਜਿਹੜੇ ਉਹਨਾਂ ਦੇ ਕੋਲ ਹੋਣ, ਪਰ ਕਿਉਂਕਿ ਨਾਰਾਜ਼ ਹੋ ਗਏ ਸੀ ਪਹਿਲਾਂ ਕਿ ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਮੰਤਰੀ ਮੰਡਲ ਦਾ ਅਹੁਦਾ ਨਹੀਂ ਸੀ ਮਿਲਿਆ, ਫੇਰ ਵੀ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਰਾਹੁਲ ਗਾਂਧੀ ਦਾ ਫੋਨ ਮੈਨੂੰ ਵੀ ਆਇਆ ਸੀ, ਪਰ ਕੀ ਆਇਆ ਸੀ ਤੇ ਕੀ ਗੱਲ ਹੋਈ ਹੈ ਇਸ ਗੱਲ ਬਾਰੇ ਉਹਨਾਂ ਨੇ ਕੁਝ ਨਹੀਂ ਦੱਸਿਆ। ਸਿੱਧੂ ਸਾਹਿਬ ਨੂੰ ਹੁਣ ਥਾਂ ਅਲਖ ਜਗਾਉਣ ਦੇ ਨਾਲੋਂ ਇੱਕ ਥਾਂ ਬਹਿ ਕੇ ਸੋਚ ਲੈਣਾ ਚਾਹੀਦਾ। ਸਿੱਧੂ ਸਾਹਿਬ ਦੇ ਪੋਸਟਰ ਲੱਗ ਗਏ ਨੇ ਜੀ ਕੰਧਾਂ ਤੇ, ਗੁੰਮਸ਼ੁਦਗੀ ਦੇ ਕੀ ਅਰਥ ਕੱਢੀਏ ਉਹਦੇ? ਨਵਜੋਤ ਸਿੰਘ ਸਿੱਧੂ ਦੇ ਪੋਸਟਰ ਪਹਿਲੀ ਵਾਰੀ ਨਹੀਂ ਲੱਗੇ। ਜੇ ਸੱਚ ਪੁੱਛੋ ਤੇ ਪੋਸਟਰਾਂ ਦਾ ਰਿਵਾਜ ਹੀ ਨਵਜੋਤ ਸਿੰਘ ਸਿੱਧੂ ਤੋਂ ਕਈ ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ ਨਵਜੋਤ ਸਿੰਘ ਸਿੱਧੂ ਗੁੰਮ ਪਹਿਲੀ ਵਾਰੀ ਨਹੀਂ ਹੋਏ। ਤੇ ਜੇ ਐਤਕੀ ਵਾਰ ਦੀ ਅਸੀਂ ਗੱਲ ਕਰੀਏ ਸਵਲੀਨ, ਤੇ ਉਹ ਗੁੰਮ ਨਹੀਂ ਹੋਏ। ਉਹਨਾਂ ਦਾ ਤਾਂ ਪਤਾ ਹੈ ਕਿ ਦਿੱਲੀ ਗਏ ਹੋਏ ਨੇ। ਇਹ ਕਿਹਨੂੰ ਨਹੀਂ ਪਤਾ ਕਿ ਦਿੱਲੀ ਗਏ ਹੋਏ ਨੇ? ਉਹ ਸਾਰਿਆਂ ਨੂੰ ਪਤਾ ਹੈ, ਸਾਰੇ ਮੀਡੀਆ ਦੇ ਵਿੱਚ ਖਬਰਾਂ ਨੇ ਤੇ ਰੌਲਾ ਪਾ ਰਹੇ ਨੇ, ਰੋਜ਼ ਆਪਣੀ ਗੱਲ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਮੌਜੂਦ ਨੇ ਤੇ ਮੌਜੂਦ ਰਹਿਣਗੇ ਆਉਣ ਵਾਲੇ ਦਿਨਾਂ ਵਿੱਚ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹਾਂ, ਅੰਮ੍ਰਿਤਸਰ ਪੂਰਬੀ ਜਿੱਥੋਂ ਉਹ ਵਿਧਾਇਕ ਨੇ, ਉਹਨਾਂ ਲੋਕਾਂ ਦੇ ਇਹਨਾਂ 4.5 ਸਾਲਾਂ ਦੇ ਵਿੱਚ ਕਿੰਨਾ ਕੰਮ ਆ ਸਕੇ ਨੇ ਜਾਂ ਇਲਾਕੇ ਦੀ ਬਿਹਤਰੀ ਵਾਸਤੇ ਉਹਨਾਂ ਨੇ ਕਿਹੜੇ ਕੰਮ ਕੀਤੇ ਨੇ, ਇਸ ਗੱਲ ਦੇ ਪ੍ਰਤੀ ਉਹਨਾਂ ਤੇ ਕਿੰਤੂ ਪ੍ਰੰਤੂ ਹੋ ਸਕਦਾ ਹੈ। ਹੁਣ ਜਿਹੜੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਨੇ, ਤਕਰੀਬਨ 300 ਦੇ ਕਰੀਬ ਪੋਸਟਰ ਜਿਹੜੇ ਨੇ ਲਾਏ ਗਏ ਨੇ ਤੇ 50,000 ਰੁਪਏ ਦਾ ਸਿਰਫ ਜਿਹੜਾ ਇਨਾਮ ਜਿਹੜਾ ਹੈ ਉਹ ਰੱਖਿਆ ਗਿਆ ਹੈ। ਬੜੀ ਇੱਕ ਇੰਟਰਸਟਿੰਗ ਫੈਕਟ ਹੈ ਕਿ ਇਹ ਲਾ ਦਿੱਤਾ ਜਾਂਦਾ ਹੈ ਪੋਸਟਰ ਤੇ ਇਨਾਮ ਵੈਸੇ ਬਹੁਤੀ ਵਾਰ ਨਹੀਂ ਰੱਖਿਆ ਜਾਂਦਾ, ਪਰ ਇਸ ਤਰ੍ਹਾਂ ਦਾ 50,000 ਦਾ ਇਨਾਮ ਜਿਹੜਾ ਮੈਨੂੰ ਲੱਗਦਾ ਕਿ ਜਿੱਤਣਾ ਬੜਾ ਸੌਖਾ ਹੈ ਜੇ ਕੋਈ ਸਾਡੀ ਗੱਲ ਸੁਣਦਾ ਹੋਵੇ ਗੌਰ ਨਾਲ। ਨਵਜੋਤ ਸਿੰਘ ਸਿੱਧੂ ਦਾ ਤਾਂ ਪਤਾ ਹੀ ਹੈ ਕਿੱਥੇ ਨੇ, ਤੇ ਗੁੰਮਸ਼ੁਦਗੀ ਉਹਨਾਂ ਨੂੰ ਫੜ ਕੇ ਥੋੜਾ ਲਿਆਉਣਾ ਕੋਈ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਪੋਸਟਰ ਉਹਨਾਂ ਦੇ ਪਹਿਲਾਂ ਵੀ ਲੱਗੇ ਨੇ, ਕਈ ਹੋਰ ਅੱਗੋਂ ਦੇ ਲੱਗੇ ਨੇ ਤੇ ਥਾਂ ਲੱਗੇ ਨੇ। ਦਿੱਲੀ ਦੇ ਵਿੱਚ ਵੀ ਲੱਗਦੇ ਰਹਿੰਦੇ ਨੇ, ਭਾਰਤ ਦੇ ਹੋਰ ਕਿਸੇ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਪੋਸਟਰ ਲੱਗਦੇ ਰਹਿੰਦੇ ਨੇ, ਔਰ ਲੁਧਿਆਣੇ ਦੇ ਵਿੱਚ ਵੀ ਕਈ ਅੱਗੂਆਂ ਦੇ ਪੋਸਟਰ ਪਹਿਲਾਂ ਜਿਹੜੇ ਨੇ ਉਹ ਲੱਗ ਚੁੱਕੇ ਨੇ। ਹੁਣ ਪੰਜਾਬ ਦੇ ਵਿੱਚ ਜਿਹੜੇ ਆਗੂਆਂ ਦੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਉਸ ਵਿੱਚ ਥੋੜਾ ਜਿਹਾ ਮੈਂ ਐਡ ਕਰ ਦੇਵਾਂ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਵਿਧਾਇਕਾਂ ਤੇ ਮੰਤਰੀਆਂ ਨੇ 3 ਮੈਂਬਰੀ ਕਮੇਟੀ ਨੂੰ ਇਹ ਗੱਲ ਦੱਸ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਕਹਿੰਦੇ ਨੇ ਕਿ ਇਹ ਗੱਲ ਕੀਤੀ ਹੈ ਕਿ ਭਾਈ ਜਿਹੜੇ ਲੋਕ ਸਰਕਾਰ ਦੀਆਂ ਨੀਤੀਆਂ ਤੇ ਸਰਕਾਰ ਦੀਆਂ ਨਾਕਾਮਯਾਬੀਆਂ ਤੇ, ਜਿਸ ਵਿੱਚ ਬੇਅਦਬੀ ਕਾਂਡ ਹੈ, ਗੋਲੀ ਕਾਂਡ ਹੈ ਤੇ ਹੋਰ ਵਾਅਦੇ ਨਾ ਪੂਰੇ ਕਰ ਸਕਣਾ ਹੈ, ਰੇਤ ਮਾਫੀਆ, ਲੈਂਡ ਮਾਫੀਆ, ਸਾਰੀਆਂ ਗੱਲਾਂ ਨੇ, ਇਸ ਪ੍ਰਤੀ ਜਦੋਂ ਸਰਕਾਰ ਤੇ ਗੱਲਬਾਤ ਜਿਹੜੇ ਲੋਕ
ਸਰਕਾਰ ਵੱਲ ਉਂਗਲ ਕਰਦੇ ਸਨ, ਉਹਨਾਂ ਸਾਰਿਆਂ ਦਾ ਕੱਚਾ ਚਿੱਠਾ ਜਿਹੜਾ ਹੈ ਉਹ ਤਿਆਰ ਜਿਹੜਾ ਹੈ ਖੁਫੀਆ ਵਿਭਾਗ ਵੱਲੋਂ ਪੰਜਾਬ ਦੇ ਵੱਲੋਂ ਕਰ ਲਿਆ ਗਿਆ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਚਿੱਠਾ ਲੈ ਕੇ ਕੈਪਟਨ ਅਮਰਿੰਦਰ ਸਿੰਘ, ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਕਿਹਾ ਕਿ ਮੇਰੇ ਵਿਧਾਇਕਾਂ ਦੇ ਵਿੱਚੋਂ ਬਹੁਤੀ ਵੱਡੀ ਗਿਣਤੀ ਉਹ ਹੈ ਜਿਨ੍ਹਾਂ ਤੇ ਕਈ ਇਸ ਤਰ੍ਹਾਂ ਦੀ ਨਾਜਾਇਜ਼ ਜਿਹੜੀ ਹੈ ਕਾਰੋਬਾਰਾਂ ਦੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ, ਤੇ ਉਹਨਾਂ ਤੇ ਕਾਰਵਾਈ ਜਿਹੜੀ ਆਉਣ ਵਾਲੇ ਦਿਨਾਂ 'ਚ ਕੀਤੀ ਜਾ ਸਕਦੀ ਹੈ। ਸੋ ਇਹ ਇੱਕ ਬੜੀ ਵੱਡੀ, ਮੈਂ ਸਮਝਦਾ ਕਿ ਰਾਜਨੀਤੀ ਦਾ ਹੇਰ-ਫੇਰ ਜਿਹੜਾ ਪੰਜਾਬ ਵਿੱਚ ਚੱਲ ਰਿਹਾ। ਪਰ ਕੁੱਲ ਮਿਲਾ ਕੇ ਮੈਂ ਇਹਨੂੰ ਮਾੜੀ ਗੱਲ ਮੈਂ ਇਸ ਤਰ੍ਹਾਂ ਸਮਝਦਾ ਕਿ ਪੰਜਾਬ ਦੇ ਵਿੱਚ ਮੁੱਦੇ ਬਹੁਤ ਸਾਰੇ ਨੇ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ, ਪੰਜਾਬ ਨੇ ਉਸ ਦਾ ਮੁੱਢ ਬੰਨਿਆ ਸੀ ਤੇ ਪੰਜਾਬ ਨੇ ਹੀ ਸਭ ਕੁਝ ਕੀਤਾ ਤੇ ਪੰਜਾਬ ਮੋਹਰੇ ਹੋ ਕੇ ਅੱਜ ਤੱਕ ਅੱਗੇ ਰਿਹਾ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਇੰਨੇ ਗੰਭੀਰ ਮੁੱਦੇ ਹੋਣ ਤੇ ਉਸ ਦੇ ਬਾਵਜੂਦ ਜਿਹੜੀ ਹੈ ਕਾਂਗਰਸ ਜਿਹੜੀ ਆ ਆਪਣੀ ਲੜਾਈ ਨੂੰ ਮੋਹਰੇ ਰੱਖ ਕੇ ਜਿਹੜਾ ਹੈ ਲੋਕਾਂ ਨੂੰ ਕੁਝ ਦਿਖਾਉਣ ਦਾ ਯਤਨ ਕਰ ਰਹੀ ਹੋਵੇ, ਇਹ ਗੱਲ ਮਾੜੀ ਆ। ਪਰ ਇਸ ਸਾਰੇ ਨਤੀਜੇ ਵਜੋਂ ਜੇ ਕਾਂਗਰਸ ਦੇ ਜਿਹੜੇ ਆਗੂ ਨਾਰਾਜ਼ ਨੇ ਅੱਜ, ਜੇ ਕੱਲ ਨੂੰ ਕਿਸੇ ਗੱਲ ਕਰਕੇ ਰਾਜੀ ਹੋ ਜਾਂਦੇ ਨੇ ਸਰਕਾਰ ਦੇ ਨਾਲ, ਤੇ ਉਹ ਕਿਹੜੀਆਂ ਗੱਲਾਂ ਕਰਕੇ ਹੋਣਗੇ ਇਹ ਵੀ ਸਾਨੂੰ ਦੇਖਣਾ ਪਏਗਾ। ਪਰ ਇਸ ਦੇ ਨਾਲ ਬੇਅਦਬੀ ਕਾਂਡ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਜਿਹੜੀ ਨਵੀਂ ਸਿੱਟ ਬਣਾਈ ਹੋਈ ਹੈ ਉਹ ਆਪਣੀ ਕਾਰਵਾਈ ਕਰਦੀ ਜਾ ਰਹੀ ਹੈ। ਕੁਝ ਨਾ ਕੁਝ ਉਹਨਾਂ ਬਾਰੇ ਵੀ ਰਿਪੋਰਟਾਂ ਆ ਰਹੀਆਂ। ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬਹੁਤ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਚਾਣਕਿਆ ਕਹਿੰਦਾ ਸੀ ਵੀ ਜਿਹੜਾ ਹੁਕਮਰਾਨ ਆਵਾਮ ਦੀ ਆਵਾਜ਼ ਨਹੀਂ ਸੁਣਦਾ ਤੇ ਜਿਹੜੀ ਆਵਾਮ ਆ ਉਹਨੂੰ ਬਹੁਤਾ ਚਿਰ ਹੁਕਮਰਾਨ ਰਹਿਣ ਨਹੀਂ ਦਿੰਦੀ, ਤੇ ਸਾਡੇ ਸਿੱਧੂ ਸਾਹਿਬ ਵੀ ਕਿਸੇ ਦੀ ਗੱਲ ਨਹੀਂ ਸੁਣਦੇ ਤੇ ਹੁਕਮਰਾਨ ਰਹਿਣ ਦਾ ਇਹਨਾਂ ਨੂੰ ਚਾਅ ਬੜਾ ਆ। ਕੀ ਕਹਿਣਾ ਚਾਹੋਗੇ? ਮੈਂ ਇਹ ਨਹੀਂ ਕਹਿ ਸਕਦਾ ਕਿ ਹੁਕਮਰਾਨ ਰਹਿਣ ਦਾ ਇਹਨਾਂ ਨੂੰ ਚਾਅ ਹੈ, ਹੁਕਮਰਾਨੀ ਕਰਨ ਦਾ ਚਾਅ ਹੈ। ਅਜੇ ਤੇ ਹੁਕਮਰਾਨ ਬਣੇ ਨਹੀਂ। ਉਹ ਇੱਕ ਮੰਤਰੀ ਮੰਡਲ ਦਾ ਅਹੁਦਾ ਜ਼ਰੂਰ ਉਹਨਾਂ ਨੂੰ ਮਿਲਿਆ ਸੀ, ਜਿਹੜਾ ਕਿ ਉਹਨਾਂ ਨੇ ਆਪ ਛੱਡ ਦਿੱਤਾ। ਹੁਣ ਮੈਂ ਥੋੜੀ ਜਿਹੀ ਗੱਲ ਇਸ ਦੇ ਵਿੱਚ ਜੋੜਨੀ ਚਾਹਾਂਗਾ ਸਵਲੀਨ, ਕਿ ਪਟਿਆਲੇ ਦੇ ਵਿੱਚ ਕਨਸੋਆਂ ਨੇ ਕਿ ਨਵਜੋਤ ਸਿੰਘ ਸਿੱਧੂ ਦੁਬਾਰਾ ਉਧਰ ਨੂੰ ਰੁਖ ਕਰ ਸਕਦੇ ਨੇ, ਭਾਵ ਕਿ ਪਟਿਆਲੇ ਦੇ ਵਿੱਚ ਉਹਨਾਂ ਦੇ ਜਾਣ ਦੇ ਫੁੱਲ ਚਾਂਸ ਬਣੇ ਹੋਏ ਨੇ। ਇਹ ਦਰਸ਼ਕਾਂ ਨੂੰ ਪਤਾ ਹੀ ਹੋਵੇਗਾ ਕਿ ਪਟਿਆਲਾ ਹੀ ਉਹਨਾਂ ਦਾ ਜੱਦੀ ਪੁਸ਼ਤੀ ਘਰ ਹੈ, ਔਰ ਉੱਥੇ ਹੀ ਰਹੇ ਨੇ, ਉੱਥੇ ਹੀ ਖੇਡੇ ਨੇ, ਔਰ ਉੱਥੋਂ ਹੀ ਸਿੱਖ ਕੇ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ, ਅੰਤਰਰਾਸ਼ਟਰੀ ਪੱਧਰ ਤੇ ਉਹਨਾਂ ਨੇ ਕ੍ਰਿਕਟ ਜਿਹੜੀ ਖੇਡੀ ਹੈ। ਉਹਨਾਂ ਦੇ ਪਿਤਾ ਸਰਦਾਰ ਭਗਵੰਤ ਸਿੰਘ ਸੀਨੀਅਰ ਕਾਂਗਰਸੀ ਆਗੂ ਸਨ, ਔਰ ਉਹ ਕਾਂਗਰਸ ਦੇ ਸਕੱਤਰ ਵੀ ਰਹੇ ਨੇ ਜ਼ਿਲ੍ਹੇ ਦੇ ਵਿੱਚ। ਤੇ ਇਸ ਤਰ੍ਹਾਂ ਦੀ ਉਹਨਾਂ ਦੀ ਕਹਾਣੀ ਹੈ, ਔਰ ਕਾਂਗਰਸੀ ਪਰਿਵਾਰ ਹੈ ਪਿੱਛੋਂ ਪਹਿਲਾਂ ਤੋਂ। ਪਰ ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਸਹਿਜੇ ਕੀਤੇ ਪੈਰ ਨਹੀਂ ਸੀ ਲੱਗਣ ਦਿੰਦੇ, ਤੇ ਇਸ ਕਰਕੇ ਉਹ ਜਿਹੜੇ ਸੀ ਉਹਨਾਂ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਅੰਮ੍ਰਿਤਸਰ ਆਉਣਾ ਪਿਆ ਸੀ, ਜਿੱਥੋਂ ਉਹਨਾਂ ਨੇ ਇੰਨੀਆਂ ਵੱਡੀਆਂ ਜਿੱਤਾਂ ਜਿਹੜੀਆਂ ਨੇ ਲੋਕ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਪ੍ਰਾਪਤ ਕੀਤੀਆਂ ਨੇ। ਪਰ ਜੇ ਉਹ ਵਾਪਸ ਪਟਿਆਲੇ ਵੱਲ ਨੂੰ ਰੁਖ ਕਰਦੇ ਨੇ ਤੇ ਪਟਿਆਲਾ ਨੂੰ ਉਹਦਾ ਆਪਣਾ ਸ਼ਹਿਰ ਹੈ। ਜੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਨੇ ਉੱਥੇ ਦੇ ਕਹਾਉਂਦੇ ਤੇ ਰਾਇਲ ਫੈਮਿਲੀ ਦੇ ਵਿੱਚੋਂ ਨੇ, ਤੇ ਨਵਜੋਤ ਸਿੰਘ ਸਿੱਧੂ ਨੇ ਵੀ ਪੈਠ ਬਣਾਈ ਹੋਈ ਹੈ। ਨਵਜੋਤ ਸਿੰਘ ਸਿੱਧੂ ਜਦੋਂ ਖੇਡਦੇ ਸਨ, ਖਿਡਾਰੀ ਸਨ, ਤੇ ਸ਼ਰਮਾਕਲ ਜਿਹਾ ਖਿਡਾਰੀ ਵਜੋਂ ਜ਼ਿਆਦਾ ਮਸ਼ਹੂਰ ਸਨ। ਪਰ ਜਦੋਂ ਉਹ ਬਾਅਦ ਵਿੱਚ ਰਿਟਾਇਰ ਹੋਏ ਨੇ ਤੇ ਫਿਰ ਮੀਡੀਆ ਵਿੱਚ ਆਉਣੇ ਸ਼ੁਰੂ ਹੋਏ ਨੇ, ਕਮੈਂਟਰੀ ਬਾਕਸ ਦੇ ਵਿੱਚ ਉਹਨਾਂ ਨੂੰ ਇਹ ਚੇਟਕ ਲੱਗੀ ਹੈ, ਤੇ ਉਹਨਾਂ ਨੇ ਫਿਰ ਬਿਲਕੁਲ ਉਹਨਾਂ ਨੇ ਬੋਲਣ ਦਾ ਜਿਹੜਾ ਸੀ ਇੱਕ ਨਵਾਂ ਰਵੱਈਆ ਅਖਤਿਆਰ ਕੀਤਾ, ਤੇ ਦੁਨੀਆ ਦੇ ਵਿੱਚ ਉਹਨਾਂ ਨੇ ਨਾਮ ਹਾਸਲ ਇਸ ਦੇ ਪ੍ਰਤੀ ਕੀਤਾ। ਔਰ ਬਹੁਤ ਸਾਰੇ ਰਿਐਲਿਟੀ ਸ਼ੋਅ ਦੇ ਵਿੱਚ ਤੁਸੀਂ ਉਹਨਾਂ ਨੂੰ ਵੇਖਦੇ ਹੋ, ਤੇ ਹਰ ਜਗ੍ਹਾ ਉਹ ਕਾਫੀ ਵੱਧ ਚੜ ਕੇ ਬੋਲਦੇ ਨੇ, ਤੇ ਸਟੇਜਾਂ ਤੇ ਵੀ ਧੂਆਂਧਾਰ ਭਾਸ਼ਣ ਦਿੰਦੇ ਨੇ। ਸੋ ਨਵਜੋਤ ਸਿੰਘ ਸਿੱਧੂ ਪ੍ਰਤੀ ਸਥਿਤੀ ਜਿਹੜੀ ਹੈ ਇਹ ਆਉਣ ਵਾਲੇ ਦਿਨਾਂ 'ਚ ਇੰਟਰਸਟਿੰਗ ਬਣੀ ਰਹੇਗੀ। ਇਸ ਵਿੱਚੋਂ ਕੁਝ ਨਾ ਕੁਝ ਨਿਕਲਦਾ ਰਹੇਗਾ, ਇਹ ਗੱਲ ਪੱਕੀ ਹੈ। ਕੁਲਦੀਪ ਜੀ, ਜੇ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤੇ ਸਕੂਨ ਦੇਣ ਵਾਲੀ ਗੱਲ ਹੈ ਕਿ ਭਾਰਤ ਵਿੱਚ ਜਿਹੜੇ ਕਰੋਨਾ ਦੇ ਨਵੇਂ ਕੇਸਿਸ ਉਹ ਘਟ ਰਹੇ ਨੇ। ਇਸ ਵੇਲੇ ਮੌਜੂਦਾ ਸਥਿਤੀ ਕੀ ਕਹਿੰਦੀ ਹੈ ਭਾਰਤ ਤੇ ਪੰਜਾਬ ਦੀ? ਮੌਜੂਦਾ ਸਥਿਤੀ ਅੱਗੇ ਨਾਲੋਂ ਬਿਹਤਰ ਹੋ ਰਹੀ ਹੈ। ਆਕਸੀਜਨ ਦੀ ਘਾਟ ਨਜ਼ਰ ਨਹੀਂ ਆ ਰਹੀ, ਆਕਸੀਜਨ ਦੀ ਘਾਟ ਵੀ ਪੂਰੀ ਹੋ ਗਈ ਹੈ, ਤੇ ਇਸ ਵੇਲੇ ਮਰੀਜ਼ ਠੀਕ ਹੋ ਰਹੇ ਨੇ। ਕਾਫੀ ਕਈ ਸਮੱਸਿਆਵਾਂ ਹੋਰ ਆ ਰਹੀਆਂ ਨੇ ਫੰਗਸ ਨੂੰ ਲੈ ਕੇ, ਉਹ ਨਵੇਂ ਥਿਊਰੀਜ਼ ਰੋਜ਼ ਆ ਰਹੀਆਂ ਨੇ। ਉਹਨਾਂ ਦੇ ਵਿੱਚੋਂ ਸਵਲੀਨ ਜੀ ਇਹ ਵੀ ਗੱਲ ਹੈ ਕਿ ਜਦੋਂ ਅਸੀਂ ਵੇਖਦੇ ਹਾਂ ਇਸ ਤਰ੍ਹਾਂ ਦੀ ਕੋਈ ਵੱਡੀ ਮਹਾਮਾਰੀ ਆਉਂਦੀ ਤੇ ਫਿਰ ਛੋਟੀਆਂ ਗੱਲਾਂ ਕਿ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਹੁਣ ਕਿੰਨੀ ਕੁ ਖਤਰਨਾਕ ਤੇ ਕਿੰਨੇ ਕੁ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਏਗੀ ਇਹ ਫੰਗਸ, ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। WHO ਨੇ ਵੀ ਕੁਝ ਗੱਲਾਂ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਇੱਕ ਵੇਰੀਐਂਟ ਹੈ, ਉਹਨਾਂ ਨੇ ਆਪਣੇ ਨਾਮ ਜ਼ਰੂਰ ਦਿੱਤੇ ਨੇ, ਪਰ ਉਹਨਾਂ ਨੇ ਇਸ ਨੂੰ ਇੰਡੀਅਨ ਵੇਰੀਐਂਟ ਤਾਂ ਨਹੀਂ ਆਖਿਆ ਸਿੱਧੇ ਤੌਰ ਤੇ, ਪਰ ਕੋਈ ਇੰਡੀਆ ਦਾ ਨਾਮ ਵੀ ਨਹੀਂ ਜੋੜਿਆ। ਹੁਣ ਇਹ ਵੇਰੀਐਂਟ ਤੇ ਭਾਰਤ ਦੇ ਵਿੱਚ ਵੱਖਰਾ ਆਇਆ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹੁਣ ਭਾਰਤ ਦੇ ਵਿੱਚ ਜਿਹੜੀ ਸਥਿਤੀ ਹੈ, ਤਕਰੀਬਨ ਜਿੰਨੇ ਕੋ ਨਵੇਂ ਮਰੀਜ਼ ਆਉਂਦੇ ਨੇ ਓਵਰਆਲ ਭਾਰਤ ਵਿੱਚ ਸਰਕਾਰੀ ਆંકੜਿਆਂ ਮੁਤਾਬਕ 1 ਲੱਖ ਤੋਂ ਵੱਧ ਉਸ ਨਾਲੋਂ, ਜਿੰਨੇ ਭਾਵ ਕਿ ਅਗਰ 1.5 ਲੱਖ ਜਿਹੜੇ ਮਰੀਜ਼ ਨੇ ਨਵੇਂ ਆਉਂਦੇ ਨੇ ਤੇ 2.5 ਲੱਖ ਦੇ ਲੱਗ ਜਿਹੜੇ ਨੇ ਉਹ ਠੀਕ ਹੋ ਰਹੇ ਨੇ।
ਤੇ ਮੌਤਾਂ ਜਿਹੜੀਆਂ ਨੇ 3000 ਦੇ ਆਸ-ਪਾਸ ਨੇ। ਪੰਜਾਬ ਦੇ ਵਿੱਚ ਵੀ ਆંકੜੇ ਬਿਹਤਰ ਹੋਏ ਨੇ। ਜੋ ਰੋਜ਼ਾਨਾ ਕੇਸ ਜਿਹੜੇ ਨੇ ਪੰਜਾਬ ਦੇ ਵਿੱਚ 8-9 ਹਜ਼ਾਰ ਆਉਣ ਲੱਗ ਪਏ ਸਨ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 4-5 ਹਜ਼ਾਰ ਸੀ। ਉਹ ਸਥਿਤੀ ਉਲਟ ਕੇ ਜਿਹੜੇ ਨਵੇਂ ਕੇਸ ਨੇ 2000 ਦੇ ਆਸ-ਪਾਸ ਜਿਹੜੇ ਨੇ ਉਹ ਸਰਕਾਰੀ ਆંકੜਿਆਂ ਮੁਤਾਬਕ ਹਨ ਤੇ ਠੀਕ ਹੋਣ ਵਾਲਿਆਂ ਦੀ ਗਿਣਤੀ ਜਿਹੜੀ ਆ 5000 ਦੇ ਆਸ-ਪਾਸ ਜਿਹੜੀ ਹੈ ਤੇ 4.5-5000 ਦੇ ਆਸ-ਪਾਸ ਜਿਹੜੀ ਹੈ ਸਰਕਾਰੀ ਆંકੜੇ ਦਰਸਾ ਰਹੇ ਨੇ ਕਿ ਇਸ ਵੇਲੇ ਸਥਿਤੀ ਹੈ। ਜੇ ਟੀਕਾਕਰਨ ਦੀ ਗੱਲ ਕਰੀਏ ਤੇ ਟੀਕਾਕਰਨ ਦਾ ਮਾਮਲਾ ਜਿਹੜਾ ਹੈ ਕਾਫੀ ਪਿੱਛੇ ਪਿਆ ਜਾਪਦਾ ਹੈ। ਟੀਕਾਕਰਨ ਦੇ ਵਿੱਚ ਜਿਉਂ ਰਫ਼ਤਾਰ ਕਰੋਨਾ ਦੀ ਘਟ ਗਈ ਹੈ ਪਰ ਟੀਕਾਕਰਨ ਦੀ ਰਫ਼ਤਾਰ ਵਧੀ ਨਹੀਂ, ਥੋੜੀ ਜਿਹੀ ਸਟੇਬਲ ਹੋਣ ਦਾ ਯਤਨ ਹੈ। ਹੁਣ ਇਸ ਬਾਰੇ ਰਾਜਨੀਤੀ ਵੀ ਖੁੱਲ ਕੇ ਹੋਈ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੇ ਅਸੀਂ ਇਹ ਆਖੀਏ ਕਿ ਪਹਿਲਾਂ ਗੱਲ ਕੀਤੀ ਸੀ ਕਿ 45 ਸਾਲ ਤੋਂ ਉੱਪਰ ਦੀ ਉਮਰ ਵਰਗ ਵਾਲਿਆਂ ਨੂੰ ਟੀਕਾ ਲਾਉਣਾ ਤੇ ਫਿਰ ਮੰਗ ਕੀਤੀ ਗਈ ਕਿ ਸਾਰਿਆਂ ਨੂੰ ਖੋਲ ਦਿਓ। ਹੁਣ ਸਰਕਾਰਾਂ, ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਦੇ ਵਿੱਚ ਆਪਸ ਵਿੱਚ ਖਾਨਾਜੰਗੀ ਖੁੱਲ ਕੇ ਜਿਹੜੀ ਹੈ ਸਾਹਮਣੇ ਆਈ ਤੇ ਉਸ ਦੇ ਵਿੱਚ ਕੇਂਦਰ ਸਰਕਾਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦੇਖੋ ਜੀ, ਸਾਰੇ ਕਹਿ ਰਹੇ ਸੀ ਕਿ ਖੋਲ ਦਿਓ ਤੇ ਅਸੀਂ ਖੋਲ ਦਿੱਤੇ ਤੇ ਸਾਨੂੰ ਪਤਾ ਸੀ ਕਿ ਸਥਿਤੀ ਹੋਣ ਵਾਲੀ ਹੈ ਕਿ ਟੀਕੇ ਇਸ ਤਰ੍ਹਾਂ ਮਿਲਣੇ ਨਹੀਂ। ਇਹ ਜਦ ਕਿ ਨਾਕਾਮਯਾਬੀ ਇਸ ਗੱਲ ਵਿੱਚ ਹੋਈ ਹੈ, ਇਹ ਕੋਈ ਸ਼ੱਕ ਨਹੀਂ। ਟੀਕਿਆਂ ਦੀ ਰਫ਼ਤਾਰ ਜਿਹੜੀ ਹੈ ਘੱਟ ਹੈ। ਭਾਰਤ ਵਿੱਚ 3% ਦੀ ਆਬਾਦੀ ਨੂੰ ਜਿਹੜੇ ਨੇ ਟੀਕੇ ਲੱਗੇ ਜਿਹੜੇ ਨੇ ਇਸ ਵੇਲੇ ਵੈਕਸੀਨੇਸ਼ਨ ਹੋਈ ਹੈ। ਕੁਝ ਸੂਬਿਆਂ 'ਚ ਜ਼ਿਆਦਾ ਹੈ, ਕਿਤੇ ਬਿਲਕੁਲ ਘੱਟ ਹੈ। ਔਰ ਜੇ ਵਿਸ਼ਵ ਪੱਧਰ ਤੇ ਗੱਲ ਕੀਤੀ ਜਾਵੇ, ਇਹ ਗੱਲ ਸੁਣਨ ਵਾਲੀ ਹੈ ਕਿ ਵਿਸ਼ਵ ਪੱਧਰ ਤੇ ਤਕਰੀਬਨ 5.5% ਦੀ ਜਿਹੜੀ ਆਬਾਦੀ ਆ ਉਹਨੂੰ ਟੀਕੇ ਪਹਿਲੀ ਡੋਜ਼ ਲੱਗ ਚੁੱਕੀ ਹੈ। ਅਮਰੀਕਾ ਵਰਗੇ ਮੁਲਕਾਂ ਵਿੱਚ ਤੇ ਬਹੁਤ ਜ਼ਿਆਦਾ, ਸ਼ਾਇਦ ਇਸ ਕਰਕੇ ਵੀ ਰੇਟ ਹਾਈ ਹੋ ਸਕਦਾ ਹੈ, ਪਰ ਹੋਰ ਕਈ ਮੁਲਕਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਟੀਕੇ ਲਗਾਏ ਜਾ ਚੁੱਕੇ ਨੇ। ਪਰ ਭਾਰਤ ਵਿੱਚ ਅਜੇ ਰਫ਼ਤਾਰ ਬਹੁਤ ਮੱਠੀ ਹੈ ਤੇ ਸਰਕਾਰ ਇਹ ਕਹਿ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਰੋਜ਼ਾਨਾ ਜਿਹੜੇ ਹਨ ਕਰੋੜ ਦੀ ਗਿਣਤੀ ਦੇ ਵਿੱਚ ਟੀਕਾ ਪ੍ਰੋਡਿਊਸ ਕਰਕੇ ਤੇ ਲਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਇੱਕ ਸਾਰਥਕ ਗੱਲ ਹੈ ਕਿ ਇਸ ਤਰ੍ਹਾਂ ਹੋ ਸਕੇਗਾ, ਇਸ ਬਾਰੇ ਅਜੇ ਕੁਝ ਨਹੀਂ ਪਤਾ। ਹੁਣ ਇਹ ਜਿਹੜੇ ਟੀਕਿਆਂ ਦੀ ਗੱਲ ਹੈ, ਭਾਰਤ ਦੇ ਵਿੱਚ ਜਿਵੇਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਟੀਕੇ ਤੇ ਉਹੀ ਨੇ। ਰੂਸ ਤੋਂ ਹੋਰ ਖੇਪ ਆ ਗਈ ਹੈ, ਭਾਵੇਂ ਕਿ ਉਹ ਸਪੁਤਨਿਕ ਦਾ ਜਿਹੜਾ ਟੀਕਾ ਹੈ ਭਾਰਤ ਵਿੱਚ ਵੀ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ, ਪਰ ਸਿੱਧੀ ਜਿਹੜੀ ਉਹਦੀ ਖੇਪ ਹੈ ਉਹ ਉਸ ਦੇ ਵਿੱਚੋਂ ਰੂਸ ਤੋਂ ਇੱਕ ਹੋਰ ਪਹੁੰਚੀ ਹੈ ਔਰ ਉਹ ਟੀਕੇ ਲਾਉਣ ਦਾ ਯਤਨ ਕੀਤਾ ਜਾ ਰਿਹਾ। ਹੁਣ ਚੁਆਇਸ ਬਹੁਤੀ ਨਹੀਂ ਹੈ ਸਾਡੇ ਲੋਕਾਂ ਦੇ ਕੋਲ। ਵੱਡੀਆਂ ਕੰਪਨੀਆਂ ਫਾਈਜ਼ਰ, ਮੋਡਰਨਾ ਵਗੈਰਾ ਜਾਂ ਜੌਨਸਨ ਐਂਡ ਜੌਨਸਨ ਨਾਲ ਸਥਿਤੀ ਜਿਹੜੀ ਹੈ ਉਸੇ ਤਰ੍ਹਾਂ ਦੀ ਬਣੀ ਹੋਈ ਹੈ। ਪਰ ਹੁਣ ਤੱਕ ਭਾਰਤ ਵਿੱਚ ਜਿਹੜੀ ਟੀਕਾਕਰਨ ਦੀ ਸਥਿਤੀ ਹੈ ਉਸ ਦੇ ਵਿੱਚ ਬਾਹਰੋਂ ਡੋਜ਼ਾਂ ਜਿਹੜੀਆਂ ਮੰਗਾਉਣ ਦੀ ਕੋਸ਼ਿਸ਼ ਹੈ ਉਹ ਉਸ ਵਿੱਚ ਕੋਈ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਜੀ ਕੁਲਦੀਪ ਜੀ, ਸਵਾਮੀ ਰਾਮਦੇਵ ਨੇ ਬੀਤੇ ਦਿਨ ਜਿਹੜੀਆਂ ਟਿੱਪਣੀਆਂ ਦਿੱਤੀਆਂ ਨੇ ਉਹ ਨਿੰਦਣਯੋਗ ਵੀ ਨੇ, ਇਤਰਾਜ਼ਯੋਗ ਵੀ ਨੇ, ਪਰ ਧਿਆਨਯੋਗ ਵੀ ਨੇ। ਤੇ ਹੁਣ ਮਾਮਲਾ ਠੰਡਾ ਹੋ ਗਿਆ, ਚੁੱਪ ਕਰਕੇ ਬਹਿ ਗਏ ਨੇ ਜਾਂ ਫਿਰ ਕਾਲੀ ਫੰਗਸ ਦੀ ਦਵਾਈ ਤਿਆਰ ਕਰ ਰਹੇ ਨੇ? ਬਿਲਕੁਲ ਉਹਨਾਂ ਨੇ ਕੀਤੀ ਦੱਸੀ ਜਾਂਦੀ ਹੈ ਤੇ ਉਹਨਾਂ ਨੇ ਕਿਹਾ ਕਿ ਕਾਲੀ ਫੰਗਸ ਦੀ ਦਵਾਈ ਜਿਹੜੀ ਹੈ ਰੈਡੀ ਕਰ ਲਈ ਹੈ। ਚਲੋ ਦਵਾਈ ਉਹ ਰੈਡੀ ਕਰ ਸਕਦੇ ਨੇ, ਅਗਰ ਉਹ ਕਹਿਣ ਕਿ ਦਵਾਈ ਰੈਡੀ ਕਰਨੀ ਹੈ ਤੇ ਕਰ ਲੈਣੇ ਨੇ। ਸੋ ਇਸ ਗੱਲ ਦੇ ਵਿੱਚ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ, ਚਾਹੇ ਉਹ ਆਯੁਰਵੇਦ ਦੇ ਹਕੀਮ ਹੋਣ ਦੇ ਨਾਤੇ ਜਾਂ ਕਿਸੇ ਵੀ ਨਾਤੇ ਉਸ ਕੋਈ ਦਵਾਈ ਤਿਆਰ ਕਰਨ ਦਾ ਦਾਅਵਾ ਕਰਦੇ ਨੇ ਤੇ ਕਰ ਲੈਣ। ਹੁਣ ਉਸ ਦਵਾਈ ਨੂੰ ਮਨਜ਼ੂਰੀ ਸਰਕਾਰੀ ਦੁਆਰੇ ਮਿਲਣੀ ਹੈ ਕਿ ਨਹੀਂ ਮਿਲਣੀ, ਇਹ ਤਾਂ ਸਰਕਾਰ ਨੇ ਦੱਸਣਾ। ਸਾਡੀਆਂ ਐਸੋਸੀਏਸ਼ਨ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਸੰਸਥਾ ਹੈ ਜਾਂ ਕਈ ਹੋਰ ਇਹਨਾਂ ਦੇ ਬੋਰਡ ਨੇ, ਇੰਨੀਆਂ ਸਾਡੀਆਂ ਸੰਸਥਾਵਾਂ ਮੈਡੀਕਲ ਦੇ ਨਾਲ ਸੰਬੰਧਿਤ ਨੇ, ਉਹਦੀ ਜੇ ਆਪਾਂ ਗੱਲ ਕਰਨੀ ਹੋਵੇ ਤਾਂ ਸਾਨੂੰ ਪਤਾ ਹੈ ਕਿ ਉਹਨਾਂ ਨਾਲ ਸਿੱਧਾ ਪੰਗਾ ਜਿਹੜਾ ਬਾਬਾ ਰਾਮਦੇਵ ਵੱਲੋਂ ਪਹਿਲਾਂ ਲਿਆ ਗਿਆ ਔਰ ਉਹਨਾਂ ਨੇ ਬਾਬਾ ਰਾਮਦੇਵ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕਦੇ ਕੀਤੀ ਹੋਵੇ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ। ਪਰ ਰਾਮਦੇਵ ਨੇ ਸਿੱਧਾ ਉਹਨਾਂ ਨੂੰ ਭੰਡਿਆ ਇਹ ਕਹਿ ਕੇ ਕਿ ਭਾਈ ਦੇਖੋ ਜੀ, ਇਹ ਤੇ ਫਰਾਡ ਹੈ, ਇਹ ਐਲੋਪੈਥੀ ਕੁਝ ਨਹੀਂ ਹੈ, ਇੰਨੇ ਬੰਦੇ ਮਰ ਗਏ, 1000 ਡਾਕਟਰ ਮਰ ਗਏ, ਮੇਰੇ ਕੋਲ ਆ ਜਾਂਦੇ ਪਤਾ ਲੱਗ ਜਾਂਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਾ ਰਾਮਦੇਵ ਨੇ ਕੀਤੀਆਂ। ਮੈਂ ਸਵਲੀਨ ਜੀ ਇਸ ਦੇ ਵਿੱਚ ਪਹਿਲਾਂ ਭੁੱਲ ਗਿਆ ਸਾਂ, ਥੋੜਾ ਜਿਹਾ ਮੈਂ ਜੋੜਨਾ ਚਾਹਾਂਗਾ। ਪਾਕਿਸਤਾਨ ਦੇ ਵਿੱਚ ਵੀ ਇੱਕ ਨਵੀਂ ਲਹਿਰ ਜਿਹੜੀ ਹੈ ਇਸ ਦੀ ਵਾਇਰਸ ਦੀ, ਉਸ ਦੇ ਪ੍ਰਤੀ ਬਹੁਤ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਤੇ ਜਿਵੇਂ ਕਹਿੰਦੇ ਨੇ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ, ਉਹਨਾਂ ਨੇ ਵੀ ਇੱਕ ਟੀਕਾ ਜਿਹੜਾ ਇਜਾਦ ਕਰ ਲਿਆ ਔਰ ਪਾਕ ਬੈਕ ਨਾਂ ਦਾ ਜਿਹੜਾ ਹੈ ਟੀਕਾ, ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਇਜਾਦ ਕਰ ਲਿਆ ਤੇ ਚੀਨ ਦੀ ਮਦਦ ਦੇ ਨਾਲ ਉਹਨਾਂ ਨੇ ਟੀਕਾ ਇਜਾਦ ਕੀਤਾ। ਹੁਣ ਉੱਥੇ ਬੜੀ ਇੱਕ ਇੰਟਰਸਟਿੰਗ ਗੱਲ ਹੈ, ਜਿਹੜਾ ਪਹਿਲਾਂ ਵੀ ਟੀਕਾ ਉੱਥੇ ਲਾਇਆ ਜਾ ਰਿਹਾ ਹੈ ਉਹ ਪਾਕਿਸਤਾਨ ਦੇ ਵਿੱਚ, ਉਹ ਹਾਲਾਂਕਿ ਐਸਟਰਾਜੈਨਕਾ ਵਾਲਾ ਭਾਵ ਜਿਹੜੀ ਕੰਪਨੀ ਦਾ ਭਾਰਤ ਵਿੱਚ ਟੀਕਾ ਬਣਾਇਆ ਜਾਂਦਾ ਹੈ ਉਹ ਵੀ ਮੌਜੂਦ ਹੈ ਤੇ ਹੋਰ ਪਾਸਿਓਂ ਜਿਹੜੇ ਟੀਕੇ ਦੇਸ਼ਾਂ ਤੋਂ ਉੱਥੇ ਆ ਰਹੇ ਨੇ ਉਹ ਵੀ ਮੌਜੂਦ ਨੇ। ਹੁਣ ਸਭ ਤੋਂ ਵੱਧ ਜਿਹੜਾ ਹੈ ਉੱਥੇ, ਕਿਉਂਕਿ ਵੱਡੀਆਂ ਕੰਪਨੀਆਂ ਦਾ ਤਾਂ ਟੀਕਾ ਉੱਥੇ ਵੀ ਨਹੀਂ ਪਹੁੰਚਿਆ, ਹੁਣ ਚੀਨ ਦਾ ਟੀਕਾ, ਚੀਨ ਨਾਲ ਕਿਉਂਕਿ ਬਹੁਤ ਜ਼ਿਆਦਾ ਦੋਸਤੀ ਹੈ ਤੇ ਚੀਨ ਆਪਣੇ ਫੈਲਾ ਰਿਹਾ ਹੈ, ਆਪਣੇ ਖੰਭ ਖਿਲਾਰ ਰਿਹਾ ਭਾਰਤ ਦੇ ਆਲੇ ਦੁਆਲੇ। ਸ਼੍ਰੀਲੰਕਾ ਹੈ, ਨੇਪਾਲ ਹੈ ਔਰ ਇਹਨਾਂ ਮੁਲਕਾਂ ਦੇ ਵਿੱਚ ਵੱਡੇ ਪੱਧਰ ਤੇ ਡਿਵੈਲਪਮੈਂਟ ਕਰ ਰਿਹਾ ਤੇ ਸਭ ਤੋਂ ਵੱਧ ਡਿਵੈਲਪਮੈਂਟ ਜਿਹੜੀ ਹੈ ਪਾਕਿਸਤਾਨ ਵਿੱਚ ਹੈ। ਔਰ ਸੀਪੈਕ ਦੇ ਨਾਂ ਦੇ ਹੇਠ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਤਹਿਤ ਚੀਨ ਨੇ ਉੱਥੇ ਆਪਣੇ ਪੈਰ ਪਸਾਰ ਲਏ ਤੇ ਚੀਨ ਨੂੰ ਦੋਸਤ ਮੁਲਕ ਵਜੋਂ ਜਿਹੜਾ ਹੈ ਪਾਕਿਸਤਾਨ ਜਿਹੜਾ ਆਖ ਰਿਹਾ। ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਦਦ ਦੇ ਨਾਲ ਕਨਸੈਂਟਰੇਟਡ ਰੂਪ ਦੇ ਵਿੱਚ ਭਾਵ ਇੱਕ ਸੰਘਣੀ ਦਵਾਈ ਜਿਹੜੀ ਹੈ
ਉਹ ਚੀਨ ਦੇ ਵਿੱਚ ਜਿਹੜੀ ਹੈ ਤਿਆਰ ਕੀਤੀ ਗਈ ਹੈ ਤੇ ਉਸ ਨੂੰ ਫਿਰ ਹੁਣ ਅਗਾਂਹ ਉਸਦੇ ਟੀਕੇ ਤਿਆਰ ਕਰਕੇ ਜਿਹੜੇ ਹਨ ਪਾਕਿਸਤਾਨ ਦੇ ਲੋਕਾਂ ਨੂੰ ਲਾਏ ਜਾਣਗੇ। ਉਸ ਤੋਂ ਪਹਿਲਾਂ ਵੀ ਜਿਹੜੀ ਦਵਾਈ ਉੱਥੇ ਲੱਗ ਰਹੀ ਹੈ ਉਹ ਚੀਨ ਦੀ ਹੀ ਦਵਾਈ ਜ਼ਿਆਦਾ ਜਿਹੜੀ ਲਾਈ ਜਾ ਰਹੀ ਹੈ। ਉੱਥੇ ਦੇ ਇੱਕ ਮੰਤਰੀ ਨੇ ਬੜੀ ਇੰਟਰਸਟਿੰਗ ਗੱਲ ਦੱਸੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਲੋਕ ਟੀਕਾ ਸੈਂਟਰਾਂ ਦੇ ਵੈਕਸੀਨੇਸ਼ਨ ਸੈਂਟਰਾਂ ਤੇ ਟੀਕਾ ਲਵਾਉਣ ਆਉਂਦੇ ਨੇ ਤੇ ਸਾਨੂੰ ਪੁੱਛਦੇ ਨੇ ਕਿ ਇੱਥੇ ਕਿਹੜਾ ਕਿਹੜਾ ਟੀਕਾ, ਤੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇੱਥੇ ਐਸਟਰਾਜੈਨੇਕਾ ਦਾ ਟੀਕਾ ਵੀ ਹੈ ਤੇ ਚੀਨ ਵਾਲਾ ਟੀਕਾ ਵੀ ਹੈ। ਹੁਣ ਉਹ ਕਹਿੰਦੇ ਨੇ ਕਿ ਜੇ ਤਾਂ ਉੱਥੇ ਚੀਨ ਵਾਲਾ ਟੀਕਾ ਮੌਜੂਦ ਹੋਵੇ ਤੇ ਲਗਵਾਉਣ ਬੈਠ ਜਾਂਦੇ ਨੇ ਕਿ ਕਹਿੰਦੇ ਨੇ ਕਿ ਸਾਡੇ ਚੀਨ ਵਾਲਾ ਟੀਕਾ ਲਾ ਦਿਓ, ਤੇ ਜੇ ਉੱਥੇ ਚੀਨ ਵਾਲਾ ਨਾ ਹੋਵੇ, ਕੱਲਾ ਐਸਟਰਾਜੈਨੇਕਾ ਹੋਵੇ, ਤੇ ਉਹ ਕਹਿੰਦੇ ਨੇ ਕਿ ਨਹੀਂ, ਅਸੀਂ ਇਹ ਟੀਕਾ ਨਹੀਂ ਲਵਾਉਣਾ। ਉਹ ਇੱਕ ਖਾਸ ਕਿਸਮ ਦੀ ਦੇਸ਼ ਭਗਤੀ ਦਾ ਸਬੂਤ ਦੇ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਸ਼ੱਕ ਹੈ ਜਾਂ ਲੋਕਾਂ ਨੂੰ ਇੱਕ ਵਹਿਮ ਹੈ ਕਿ ਸ਼ਾਇਦ ਇਹ ਭਾਰਤ ਵਿੱਚ ਬਣਿਆ ਹੋਇਆ ਟੀਕਾ ਤੇ ਇਸ ਵਿੱਚ ਪਤਾ ਨਹੀਂ ਕੀ ਹੋਵੇਗਾ ਜਾਂ ਸਾਡੀ ਉਹਨਾਂ ਨਾਲ ਬਹੁਤੀ ਬਣਦੀ ਨਹੀਂ ਤੇ ਅਸੀਂ ਉਹ ਟੀਕਾ ਕਿਉਂ ਲਵਾਉਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ। ਉਹ ਪਾਕਿਸਤਾਨ ਦੇ ਵਿੱਚ ਸਥਿਤੀ ਜਿਹੜੀ ਹੈ ਉਹ ਮਾੜੀ ਹੁੰਦੀ ਜਾਪ ਰਹੀ ਹੈ। ਅਗਲੀ ਲਹਿਰ ਉੱਥੇ ਆਪਣੇ ਪੈਰ ਪਸਾਰ ਰਹੀ ਹੈ। ਤੇ ਜਿਵੇਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਗੱਲ ਕਰਦੇ ਹਾਂ ਕਿ ਉੱਥੇ ਫੌਜ ਨੂੰ ਬੁਲਾਉਣ ਤੱਕ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ ਕਿ ਕਈ ਜਗ੍ਹਾ ਤੇ ਕੰਟਰੋਲ ਕਰਨ ਵਾਸਤੇ ਫੌਜ ਨੂੰ ਲਿਆਂਦਾ ਜਾ ਸਕਦਾ ਹੈ। ਸੋ ਪਾਕਿਸਤਾਨ ਦੇ ਵਿੱਚ ਵੀ ਸਥਿਤੀ ਕਾਫੀ ਗੰਭੀਰ ਹੈ ਤੇ ਬਾਬਾ ਰਾਮਦੇਵ ਆਪਣਾ ਡਗਾ ਵਜਾਉਣੋਂ ਨਹੀਂ ਹਟਦੇ। ਕੋਰੋਨਲ ਦਵਾਈ ਬਣਾ ਕੇ ਉਹਨਾਂ ਦਾ ਸਬਰ ਨਹੀਂ ਸੀ ਅਜੇ, ਉਹਨਾਂ ਦਾ ਉਹ ਜਿਹੜਾ ਸੀ ਉਹ ਅਜੇ ਉਹ ਪੂਰਾ ਉਹਨਾਂ ਨੇ ਨਾਮਣਾ ਨਹੀਂ ਸੀ ਖੱਟਿਆ, ਜਿਹੜਾ ਹੁਣ ਸ਼ਾਇਦ ਉਹ ਇਸ ਫੰਗਸ ਦੀ ਦਵਾਈ ਦੇ ਵਿੱਚੋਂ ਨਾਮਣਾ ਖੱਟਣਗੇ। ਔਰ ਜ਼ਾਹਿਰਾ ਤੌਰ ਤੇ ਮੈਂ ਗੱਲ ਬੜੀ ਇੰਟਰਸਟਿੰਗ ਆ ਕਿ ਫੰਗਸ ਜਿਹੜੀ ਆ ਆਮ ਤੌਰ ਤੇ ਹੋਰਨਾਂ ਆਰਗਨਸ ਨੂੰ ਵੀ ਅਸਰ ਪਾਉਂਦੀ ਹੈ, ਅੱਖਾਂ ਤੇ ਇਸ ਦਾ ਸਭ ਤੋਂ ਵੱਧ ਅਸਰ ਹੈ। ਤੇ ਜੇ ਇਹ ਅੱਖਾਂ ਦੀ ਦਵਾਈ ਬਣਾ ਲੈਂਦੇ ਨੇ ਇਸ ਤਰ੍ਹਾਂ ਦੀ ਫੰਗਸ ਦੀ ਕੋਈ ਬਾਬਾ ਰਾਮਦੇਵ ਤੇ ਕਾਮਯਾਬ ਹੋ ਜਾਂਦੇ ਨੇ ਤੇ ਫਿਰ ਹੋਰ ਵੀ ਕਈ ਸਵਾਲ ਖੜੇ ਹੁੰਦੇ ਜੀ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਆਰਥਿਕ ਮਾਹਿਰਾਂ ਨੇ ਨਿਚੋੜ ਕੱਢਿਆ ਕਿ ਭਾਰਤ ਵਿੱਚ ਗਰੀਬਾਂ ਦੀ ਜਿਹੜੀ ਸੰਖਿਆ ਹੋਰ ਵੱਧ ਗਈ ਹੈ ਜਦੋਂ ਦੀ ਤਾਲਾਬੰਦੀ ਲੱਗੀ ਹੈ। ਜਿਹੜੇ ਰੋਜ਼ ਕਮਾ ਕੇ ਖਾਂਦੇ ਸੀ ਉਹ ਇੱਕ ਡੰਗ ਦੇ ਟੁੱਕ ਨੂੰ ਵੀ ਤਰਸੇ ਨੇ ਤੇ ਵਿਸ਼ਵ ਗੁਰੂ ਬਣਾਉਣ ਵਾਲਿਆਂ ਦੇ ਸਾਰੇ ਨਿਜ਼ਾਮ ਫੇਲ ਹੋ ਚੁੱਕੇ ਨੇ। ਕੀ ਕਹਿਣਾ ਚਾਹੋਗੇ? ਚਲੋ, ਸਾਰੇ ਨਿਜ਼ਾਮ ਫੇਲ ਹੋ ਗਏ ਨੇ, ਇਹ ਸ਼ਾਇਦ ਅਤਕਥਨੀ ਨਾ ਹੋਵੇ। ਮੈਂ ਲਫ਼ਜ਼ ਸਵਲੀਨ ਜੀ ਵਰਤਣਾ ਨਹੀਂ ਚਾਹੁੰਦਾ ਕਿ ਰੱਬ ਨਾ ਕਰੇ ਅਜਿਹਾ ਹੋਵੇ ਕਿ ਗਰੀਬਾਂ ਦੀ ਗਿਣਤੀ ਬਹੁਤ ਹੈ ਭਾਰਤ ਵਿੱਚ। ਦੋ ਵੇਲੇ ਦੀ ਟੁੱਕਰ ਜਿਹੜੀ ਹੈ ਉਹ ਕਿਸੇ ਨੂੰ ਨਸੀਬ ਹੋਣੀ ਹੈ ਕਿ ਨਹੀਂ ਹੋਣੀ, ਇਸ ਗੱਲ ਦੇ ਬਾਰੇ ਕੋਈ ਅਜੇ ਪੱਕਾ ਨਹੀਂ। ਜੋ ਭਾਰਤ ਕਦੇ ਸ਼ਾਈਨਿੰਗ ਇੰਡੀਆ, ਕਦੇ ਕੁਛ ਤੇ ਫਿਰ ਇਸ ਤਰ੍ਹਾਂ ਦੇ ਨਾਅਰੇ ਦੇ ਕੇ ਤੇ ਲੋਕਾਂ ਨੂੰ ਜਿਹੜਾ ਉਹਨਾਂ ਤੋਂ ਵੋਟਾਂ ਹਥਿਆ ਲੈਣੀਆਂ ਤੇ ਬਾਅਦ ਵਿੱਚ ਕਰਨਾ ਕੁਝ ਨਾ, ਇਹ ਪਹਿਲਾਂ ਤੋਂ ਚੱਲਦਾ ਆ ਰਿਹਾ। ਇੱਕ ਮੈਂ ਉਦਾਹਰਨ ਤੁਹਾਨੂੰ ਦਿੰਦਾ ਗਰੀਬੀ ਦੀ ਹਾਲਤ ਦੀ ਭਾਰਤ। ਇਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਸਾਡੇ ਵਿਦੇਸ਼ ਬੈਠੇ ਹੋਏ ਦਰਸ਼ਕ ਸੁਣ ਲੈਣ ਕਿ ਇੱਥੇ ਆਮ ਤੌਰ ਤੇ ਝੋਨੇ ਦੀ ਫਸਲ ਦੀ ਲੁਆਈ ਜਿਹੜੀ ਹੈ 10 ਜੂਨ ਤੋਂ ਜਿਹੜਾ ਝੋਨਾ ਹੈ, ਪਨੀਰੀ ਵਾਲਾ ਝੋਨਾ, ਡਾਇਰੈਕਟ ਸੋਇੰਗ ਵਾਲਾ ਪਹਿਲਾਂ ਸ਼ੁਰੂ ਹੋ ਜਾਂਦਾ। ਇਹ 10 ਜੂਨ ਤੋਂ ਜਿਹੜੀ ਹੈ ਸਰਕਾਰ ਨੇ ਇਜਾਜ਼ਤ ਦਿੱਤੀ ਹੋਈ ਕਿ ਝੋਨੇ ਦੀ ਲੁਆਈ ਤੁਸੀਂ ਪੰਜਾਬ ਵਿੱਚ ਸ਼ੁਰੂ ਕਰ ਸਕਦੇ। ਤੇ ਇਸ ਵੇਲੇ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਯੂਪੀ ਅਤੇ ਬਿਹਾਰ ਤੋਂ ਜੋ ਝੋਨਾ ਲਾਉਣ ਵਾਲੀ ਲੇਬਰ ਆਉਂਦੀ ਹੈ ਉਹ ਬਹੁਤ ਵੱਡੀ ਗਿਣਤੀ ਵਿੱਚ ਆਈ ਹੈ ਤੇ ਅੱਗੇ ਨਾਲੋਂ ਕਈ ਗੁਣਾ ਵੱਧ ਆਈ ਹੈ। ਇਸ ਤਰ੍ਹਾਂ ਦੀ ਬੇਰੁਜ਼ਗਾਰੀ ਤੇ ਇਸ ਤਰ੍ਹਾਂ ਦੇ ਮਾੜੇ ਹਾਲਾਤ ਨੇ ਭਾਰਤ ਦੇ ਵਿੱਚ। ਸੋ ਸਰਕਾਰਾਂ ਕੀ ਕਰਦੀਆਂ ਨੇ ਇਸ ਪ੍ਰਤੀ ਕਿ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਜਿਹੜੀ ਗੱਲ ਚੱਲੀ ਸੀ ਕਿ ਉਹਨਾਂ ਨੂੰ ਜਿੱਥੇ ਵੀ ਰੋਜ਼ਗਾਰ ਹੋਵੇ, ਜਿਹੜਾ ਗਰੀਬ ਵਿਅਕਤੀ ਜਿਸ ਹਾਲਾਤ ਦੇ ਵਿੱਚ ਉਹ ਵਿਚਾਰੇ ਸਟੇਸ਼ਨਾਂ ਤੇ ਟ੍ਰੇਨਾਂ ਦੇ ਵਿੱਚ ਰੁਲਦੇ ਆਉਂਦੇ ਨੇ, ਉੱਥੇ ਵੀ ਉਹਨਾਂ ਨੂੰ ਦੇਖਣਾ ਬਣਦਾ ਹੈ ਕਿ ਕੀ ਉਹਨਾਂ ਨੂੰ ਟਰਾਂਸਪੋਰਟੇਸ਼ਨ ਵੀ ਮੁਹੱਈਆ ਹੋ ਸਕਦੀ ਹੈ। ਉਹ ਵੀ ਨਹੀਂ ਕਰਵਾਈ ਜਾ ਰਹੀ। ਰੋਜ਼ਗਾਰ ਤੇ ਦੇਣਾ ਬਹੁਤ ਦੂਰ ਦੀ ਗੱਲ ਹੈ। ਪੰਜਾਬ ਦੇ ਵਿੱਚ ਇਸ ਵੇਲੇ ਲੇਬਰ ਬਹੁਤ ਆਈ ਹੋਈ ਹੈ ਯੂਪੀ ਤੇ ਬਿਹਾਰ ਤੋਂ, ਝਾਰਖੰਡ ਤੋਂ। ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਗਰੀਬਾਂ ਦੀ ਹਾਲਤ ਜਿਹੜੀ ਹੈ ਬਹੁਤ ਮਾੜੀ ਹੋਈ ਹੈ ਤੇ ਉਹਨਾਂ ਨੂੰ ਕੁਝ ਨਹੀਂ ਵੇਖਿਆ ਗਿਆ ਤੇ ਉਹ ਵਿਚਾਰੇ ਜਿਹੜੇ ਨੇ ਉਹ ਇਸ ਵੇਲੇ ਰੋਜ਼ਗਾਰ ਲਈ ਦਰ ਭਟਕ ਰਹੇ। ਕੁਲਦੀਪ ਜੀ, ਅਮੀਰ ਲੋਕ ਜਿਹੜੇ ਨੇ ਉਹ ਬਾਹਰ ਨੂੰ ਦੌੜ ਰਹੇ ਨੇ, ਇਹਦੇ ਬਾਰੇ ਵਿਸਤਾਰ 'ਚ ਸਾਨੂੰ ਥੋੜਾ ਜਿਹਾ ਦੱਸੋ। ਅਮੀਰ ਕਰੋੜਪਤੀਆਂ ਦੀ ਗੱਲ ਹੈ। ਪਿਛਲੇ 5 ਕੁ ਸਾਲਾਂ ਦੇ ਵਿੱਚ ਸਵਲੀਨ ਜੀ ਇੱਕ ਅੰਕੜੇ ਆਏ ਸੀ ਕਿ ਪਿਛਲੇ 5 ਸਾਲਾਂ ਦੇ ਵਿੱਚ ਤਕਰੀਬਨ 29,000 ਤੋਂ ਵੱਧ ਕਰੋੜਪਤੀ ਜਿਹੜੇ ਹਨ ਉਹ ਦੇਸ਼ ਛੱਡ ਗਏ ਨੇ। ਹੁਣ ਇਹ ਅੰਕੜੇ ਕਿਵੇਂ ਹਾਸਲ ਕੀਤੇ ਜਾਂਦੇ ਨੇ? ਇਹ ਦੇਸ਼ ਹੀ ਨਹੀਂ ਛੱਡ ਕੇ ਗਏ। ਇਹਨਾਂ ਲੋਕਾਂ ਨੇ ਕੈਨੇਡਾ, USA, UK, ਪੁਰਤਗਾਲ, ਤੁਰਕੀ ਤੇ ਹੋਰ ਕਈ ਮੁਲਕਾਂ ਦੇ ਵਿੱਚ ਉੱਥੋਂ ਦੀ ਜਾ ਕੇ ਸਿਟੀਜ਼ਨਸ਼ਿਪ ਲੈ ਲਈ ਤੇ ਭਾਰਤ ਦੀ ਸਿਟੀਜ਼ਨਸ਼ਿਪ ਛੱਡ ਦਿੱਤੀ ਹੈ। ਇਹ ਨਹੀਂ ਕਿ ਇੰਨੇ ਲੋਕਾਂ ਨੇ ਛੱਡੀ ਹੈ, ਸਿਰਫ ਕਰੋੜਪਤੀ 29,000 ਨੇ। ਤੇ ਇਹਨਾਂ ਦੀ ਗਿਣਤੀ ਦੇ ਵਿੱਚ ਪਿਛਲੇ ਸਾਲ
2020 ਦੇ ਵਿੱਚ ਭਾਰਤ ਵਿੱਚ ਜਦੋਂ ਕਰੋਨਾ ਨੇ ਪੈਰ ਪਸਾਰੇ ਨੇ ਤੇ ਇਹਨਾਂ ਦੀ ਗਿਣਤੀ ਦੇ ਵਿੱਚ 60% ਹੋਰ ਇਜ਼ਾਫਾ ਹੋਇਆ ਦੱਸਿਆ ਜਾਂਦਾ ਹੈ। ਤੇ 2021 ਦੇ ਵਿੱਚ ਕੀ ਹੋਵੇਗਾ, ਇਹ ਆਉਣ ਵਾਲੇ ਸਾਲ ਦੇ ਅਖੀਰ ਦੇ ਵਿੱਚ ਜਿਹੜੇ ਅੰਕੜੇ ਆਉਣਗੇ ਤਾਂ ਫਿਰ ਪਤਾ ਲੱਗੇਗਾ। ਹੁਣ ਅਮੀਰ ਲੋਕ ਨੇ, ਇਹ ਵੀ ਗੱਲ ਸਾਹਮਣੇ ਆਈ ਸੀ ਜਦੋਂ ਯੂਕੇ ਵੱਲੋਂ ਤੇ USA ਵੱਲੋਂ ਫਲਾਈਟਾਂ ਬੰਦ ਕਰਨ ਦੀ ਆਖਰੀ ਡੇਟ ਆ ਰਹੀ ਸੀ ਤੇ ਚਾਰਟਰ ਜਹਾਜ਼ ਲੈ ਕੇ, ਕਿਰਾਏ ਤੇ ਮਹਿੰਗੇ ਜਹਾਜ਼ ਲੈ ਕੇ ਅਮੀਰ ਲੋਕ ਜਿਹੜੇ ਸੀ ਉਹ ਜਹਾਜ਼ ਲੈ ਕੇ ਪਹੁੰਚ ਗਏ ਔਰ 15-15 20 ਮਿੰਟ ਪਹਿਲਾਂ ਜਾ ਕੇ ਵਿਦੇਸ਼ਾਂ ਦੀ ਧਰਤੀ ਤੇ ਉਤਰ ਗਏ ਕਿ ਭਾਰਤ ਵਿੱਚੋਂ ਕਿਸੇ ਤਰ੍ਹਾਂ ਜਾਨ ਛੁੱਟ ਜਾਵੇ। ਔਰ ਇਸੇ ਤਰ੍ਹਾਂ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਜਿਹੜੇ ਕਿ ਐਸਟਰਾਜੈਨੇਕਾ ਵਾਲਾ ਟੀਕਾ ਤਿਆਰ ਕਰ ਰਹੇ ਨੇ, ਆਧਾਰ ਪੂਨਾਵਾਲਾ, ਸਾਰੇ ਇਹ ਗੱਲ ਕਰ ਰਹੇ ਸੀ ਕਿ ਉਹ ਕਿਉਂ ਛੱਡ ਕੇ ਗਏ ਨੇ। ਉਹਨਾਂ ਦੀ ਕਿਤੇ ਗੱਲ ਹੁਣ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਸੁਰੱਖਿਆ ਨੂੰ ਖਤਰਾ ਜਿਹੜਾ ਸੀ ਉਹ ਦੱਸ ਕੇ ਜਿਹੜਾ ਹੈ ਯੂਕੇ ਦੇ ਵਿੱਚ ਜਾ ਕੇ ਪੱਕੀ ਰਿਹਾਇਸ਼ ਕੀਤੀ ਹੈ। ਤੇ ਹੁਣ ਇੱਕ ਅਦਾਲਤ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਇਹ ਗੱਲ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਸ ਵਿਅਕਤੀ ਦੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਓ ਤਾਂ ਕਿ ਉਹ ਮੁੜ ਕੇ ਭਾਰਤ ਦੇ ਵਿੱਚ ਆ ਸਕੇ। ਹੁਣ ਇਸ ਤਰ੍ਹਾਂ ਦੀ ਸਥਿਤੀ ਹੈ। ਅਮੀਰ ਲੋਕ ਕਿਉਂ ਛੱਡ ਕੇ ਜਾ ਰਹੇ ਨੇ, ਇਸ ਦੇ ਵਿੱਚ ਕਾਰਨ ਜਿਹੜੇ ਮੁੱਖ ਤੌਰ ਤੇ ਦੇਖੇ ਜਾ ਰਹੇ ਨੇ, ਇੱਕ ਤੇ ਮੈਂ ਤੁਹਾਨੂੰ ਦੱਸਿਆ ਕਿ ਅੰਕੜੇ ਕਿ ਜਦੋਂ ਦੇਸ਼ਾਂ ਦੇ ਵਿੱਚ ਕਿੰਨੇ ਲੋਕਾਂ ਨੇ ਸਿਟੀਜ਼ਨਸ਼ਿਪ ਛੱਡੀ ਹੈ ਉੱਥੋਂ ਅੰਕੜੇ ਆਉਂਦੇ ਨੇ। ਦੂਸਰਾ, ਜਿਹੜੇ ਇੰਟਰਨੈਟ ਦੇ ਰਿਸਰਚ ਇੰਜਨ ਨੇ, ਰਿਸਰਚ ਇੰਜਨ ਦੇ ਵਿੱਚੋਂ ਦੇਖਿਆ ਜਾਂਦਾ ਹੈ ਕਿ ਲੋਕ ਕਿਸ ਗੱਲ ਦੀ ਸਰਚ ਕਰ ਰਹੇ ਨੇ ਔਰ ਕਿਹੜੇ ਦੇਸ਼ਾਂ ਵਿੱਚ ਜਾਣ ਦੀ ਕੋਸ਼ਿਸ਼ ਕਰਨ ਦੀ ਜਿਹੜੀ ਜਾਣਕਾਰੀ ਹੈ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਆਪਣੇ ਪੈਕੇਜ ਤਿਆਰ ਕਰ ਰਹੇ ਨੇ, ਆਪਣੀ ਜਾਇਦਾਦਾਂ ਦਾ ਮੁਲਾਂਕਣ ਕਰਵਾ ਰਹੇ ਨੇ। ਇਹ ਜਿਹੜੇ ਦੇਸ਼ ਮੈਂ ਤੁਹਾਨੂੰ ਪਹਿਲਾਂ ਦੱਸੇ ਨੇ, ਇਹਨਾਂ ਦੇਸ਼ਾਂ ਦੇ ਵਿੱਚ ਜਾਣ ਲਈ ਕਾਫੀ ਲੋਕਾਂ ਨੇ ਹੱਥ ਪੈਰ ਮਾਰੇ ਨੇ ਔਰ ਕਰੋੜਪਤੀ ਲੋਕ ਉਹ ਨੇ ਜਿਹੜੇ ਇਨਵੈਸਟਮੈਂਟ ਪਰਪਸ ਦੇ ਨਾਲ ਵੀਜ਼ੇ ਹਾਸਲ ਕਰਕੇ ਵੱਡੇ ਪੱਧਰ ਤੇ ਜਾ ਕੇ ਉਹਨਾਂ ਦੇਸ਼ਾਂ ਦੇ ਵਿੱਚ ਫਿਰ ਇਨਵੈਸਟ ਕਰਦੇ ਨੇ ਤੇ ਫਿਰ ਉੱਥੇ ਜਾ ਕੇ ਪੱਕੀ ਪਰਮਾਨੈਂਟ ਰਿਹਾਇਸ਼ ਜਿਹੜੀ ਆ ਹਾਸਲ ਕਰਦੇ ਨੇ। ਹੁਣ ਜੇ ਇਹਦੇ ਵਿੱਚ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੇ ਕਾਰਨ ਜਦੋਂ ਉਹਨਾਂ ਨੂੰ ਥੋੜਾ ਸਰਵੇ ਕਰਕੇ ਪੁੱਛੇ ਗਏ ਤੇ ਉਹਨਾਂ ਨੇ ਦੱਸਿਆ ਕਿ ਮੌਕਿਆਂ ਦੀ ਘਾਟ, ਭਾਵ ਕਿ ਬਿਜ਼ਨਸ ਕਰਨ ਜਾਂ ਵਪਾਰ ਕਰਨ ਦੇ ਮੌਕਿਆਂ ਦੀ ਓਵਰਆਲ ਘਾਟ, ਬੇਰੁਜ਼ਗਾਰੀ, ਨਾਲ ਇੱਥੇ ਲਾਅਲੈਸਨੈਸ, ਕਾਨੂੰਨ ਦਾ ਰਾਜ ਨਾ ਹੋਣਾ ਔਰ ਨਾਲ ਦੀ ਨਾਲ ਕਰਪਸ਼ਨ, ਰਿਸ਼ਵਤਖੋਰੀ ਤੇ ਪ੍ਰਦੂਸ਼ਣ, ਇਹ ਇੱਕ ਬਹੁਤ ਵੱਡਾ ਕਾਰਨ ਦੱਸੇ ਗਏ ਨੇ। ਇਹ 4-5 ਕਾਰਨ ਜਿਹੜੇ ਨੇ ਸਾਰਿਆਂ ਨੇ ਜਿਹੜੇ ਇਹਨਾਂ ਨੂੰ ਆਇਡੈਂਟੀਫਾਈ ਕੀਤਾ ਤੇ ਇੱਥੋਂ ਪਤਾ ਲੱਗਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਔਰ ਸਵੱਛ ਭਾਰਤ ਬਣਾਉਣ ਦੇ ਜਿਹੜੇ ਸਾਡੇ ਦਾਅਵੇ ਨੇ ਤੇ ਭਾਰਤ ਨੂੰ ਦੁਨੀਆ ਦਾ ਸਿਰਮੌਰ ਜਾਂ ਵਿਸ਼ਵ ਗੁਰੂ ਬਣਾਉਣ ਦੇ ਜਿਹੜੇ ਦਾਅਵੇ ਨੇ, ਉਹਨਾਂ ਦੀ ਫੂਕ ਇੰਨੀ ਜਲਦੀ ਔਰ ਇਸ ਤਰ੍ਹਾਂ ਨਿਕਲੇਗੀ, ਇਸ ਗੱਲ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਜੀ। ਕੁਲਦੀਪ ਜੀ, ਜਿਹੜੀਆਂ CBSE ਦੀਆਂ ਪ੍ਰੀਖਿਆਵਾਂ ਰੱਦ ਕਰਤੀਆਂ, ਉਹ ਫੈਸਲਾ ਤੁਹਾਡੇ ਅਕੋਰਡਿੰਗ ਕਿੰਨਾ ਕੁ ਸਹੀ ਹੈ? ਥੋੜੇ ਦਿਨ ਪਹਿਲਾਂ ਇੱਕ ਲਤੀਫਾ ਜਿਹੜਾ ਸੀ ਉਹ ਸਰਕੂਲੇਟ ਹੋਇਆ ਸੀ ਸੋਸ਼ਲ ਮੀਡੀਆ ਤੇ ਕਿ ਕੁਝ ਵਿਦਿਆਰਥੀ ਜਿਹੜੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਨੇ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਹੋ ਗਈਆਂ ਨੇ ਤੇ ਉਹਨਾਂ ਨੇ ਵੁਹਾਨ ਦੇ ਵਿੱਚ, ਚੀਨ ਦੇ ਵਿੱਚੋਂ ਜਿੱਥੋਂ ਕਿ ਵਾਇਰਸ ਨਿਕਲਿਆ, ਉੱਥੇ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਕਿ ਜੇ ਤੁਸੀਂ ਕੋਈ ਨਵਾਂ ਵਾਇਰਸ ਕੋ ਰਿਲੀਜ਼ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ +2 ਦੇ ਵਿੱਚ ਨਾਨ ਮੈਡੀਕਲ ਰੱਖ ਲਵਾਂ। ਇਸ ਤਰ੍ਹਾਂ ਦੇ ਲਤੀਫੇ ਆਏ। ਗੱਲ ਹਾਸੋਹੀਣੀ ਨਹੀਂ ਹੈ। ਮੈਂ ਤੁਸੀਂ ਤੇ ਗੱਲ ਕੀਤੀ ਹੈ ਕਿ ਆਤਮ ਨਿਰਭਰ ਭਾਰਤ ਤੇ ਵਿਸ਼ਵ ਗੁਰੂ ਦੀ ਗੱਲ, ਇੱਕ ਹੋਰ ਨਾਰਾ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇ ਸੁਵਲੀਨ ਜੀ, ਜਿਹੜੇ ਮੈਂ ਕਹਾਂਗਾ ਡਿਜੀਟਲ ਇੰਡੀਆ ਦਾ ਦਾਅਵਾ ਕੀਤਾ ਗਿਆ ਸੀ। ਹੁਣ ਸਾਨੂੰ 1.5 ਸਾਲ ਤੇ ਹੋ ਗਿਆ ਇਸ ਮਹਾਮਾਰੀ ਨਾਲ ਜੂਝਦੇ ਹੋਏ। ਪਤਾ ਤੇ ਸਾਨੂੰ ਪਿਛਲੇ ਸਾਲ ਹੀ ਲੱਗ ਗਿਆ ਸੀ ਕਿ ਇਹ 1 ਸਾਲ ਤੇ ਘੱਟੋ ਘੱਟ ਬੰਨੇ ਆ ਤੇ ਹੁਣ ਤੇ 1.5 ਸਾਲ ਹੋ ਗਿਆ। ਜੂਨ ਮਹੀਨਾ ਆ ਗਿਆ ਤੇ ਮਾਰਚ ਦੇ ਵਿੱਚ ਸਿਆਪਾ ਪੈ ਗਿਆ ਸੀ ਜਦੋਂ ਇਹ ਸਾਰੀ ਦੁਨੀਆ ਨਜਿੱਠਣ ਬੈਠ ਗਈ ਸੀ ਤੇ ਅਸੀਂ ਅੱਜ ਤੱਕ ਕੋਈ ਸਿਸਟਮ ਨਾ ਬਣਾ ਸਕੇ। ਹੁਣ ਤੁਸੀਂ ਪ੍ਰੋਗਰਾਮ ਦੇ ਇਸ ਪਿਛਲੇ ਸਵਾਲ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਗਰੀਬਾਂ ਦੀ। ਗਰੀਬੀ ਦੇ ਚਲਦਿਆਂ ਜਿਹੜੇ ਮੁਲਕ ਇਸ ਵੇਲੇ ਜਿਨ੍ਹਾਂ ਤਰੱਕੀ ਪਸੰਦ ਮੁਲਕਾਂ ਦੇ ਨਾਲ ਜਾਂ ਜਿਹੜੇ ਵਿਕਾਸਸ਼ੀਲ ਜਾਂ ਵਿਕਸਿਤ ਮੁਲਕਾਂ ਦੇ ਨਾਲ ਅਸੀਂ ਆਪਣਾ ਮੁਕਾਬਲਾ ਕਰਦੇ ਸਾਂ, ਉਹਨਾਂ ਨੇ ਕਿਵੇਂ ਇਸ ਬਿਮਾਰੀ ਨੂੰ ਚੈਲੰਜ ਕੀਤਾ ਤੇ ਆਪਣੇ ਐਜੂਕੇਸ਼ਨ ਸਿਸਟਮ ਨੂੰ ਤੇ ਹੋਰ ਸਿਸਟਮ ਨੂੰ ਕਿਵੇਂ ਕਾਇਮ ਕੀਤਾ, ਇਸ ਗੱਲ ਦੀ ਸਾਨੂੰ ਤੇ ਦੇਖਣਾ ਤਾਂ ਬਣਦਾ ਸੀ। ਹੁਣ ਅਸੀਂ ਇਹ ਤਾਂ ਕਹਿ ਦਿੱਤਾ ਕਿ ਆਨਲਾਈਨ ਕਲਾਸਾਂ ਦੇ ਵਿੱਚ ਤੁਸੀਂ ਬੱਚਿਆਂ ਨੂੰ ਲੈ ਆਓ, ਪੜ੍ਹਾਓ, ਤੇ ਬੱਚਿਆਂ ਕੋਲ ਜਿਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ, ਜਿਨ੍ਹਾਂ ਦੇ ਮਾਪਿਆਂ ਕੋਲ 2 ਵਕਤ ਦੀ ਰੋਟੀ ਨਹੀਂ ਹੈ, ਸਿਰ ਤੇ ਛੱਤ ਨਹੀਂ ਹੈ, ਬਿਜਲੀ ਦਾ ਕਨੈਕਸ਼ਨ ਨਹੀਂ ਹੈ, ਉਹ ਵਿਚਾਰੇ ਕਿੱਦਾਂ ਆਨਲਾਈਨ ਉਹਨਾਂ ਦੀ ਕਲਾਸਿਸ ਦਾ ਕੀ ਮਤਲਬ ਹੋਵੇਗਾ। ਹੁਣ ਇਹ 12ਵੀਂ ਦੀਆਂ ਪ੍ਰੀਖਿਆਵਾਂ ਜਿਹੜੇ ਬੋਰਡਾਂ ਦੀਆਂ ਰੱਦ ਕੀਤੀਆਂ ਗਈਆਂ ਨੇ, ਸੈਂਟਰਲ ਬੋਰਡਾਂ ਦੀਆਂ, ਇਹ ਮੈਂ ਸਮਝਦਾ ਕਿ ਬਹੁਤ ਬੈਕਵਰਡ ਸਟੈਪ ਆ ਕਿ ਸਾਲ ਲੰਘ ਜਾਣ ਦੇ ਬਾਅਦ ਵੀ ਅਸੀਂ ਇੱਕ ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਨਹੀਂ ਕਰ ਸਕੇ ਤੇ ਜੂਨ ਮਹੀਨੇ ਦੇ ਵਿੱਚ ਸਾਨੂੰ ਇਹ ਫੈਸਲਾ ਲੈਣਾ ਪੈ ਰਿਹਾ ਕਿ ਲਓ ਜੀ ਪ੍ਰੀਖਿਆਵਾਂ ਰੱਦ ਕੀਤੀਆਂ ਜਾਂਦੀਆਂ ਨੇ ਤੇ ਹੁਣ ਤੁਸੀਂ ਪਿਛਲੇ ਨੰਬਰਾਂ ਦੇ ਆਧਾਰ ਤੇ ਜਾਂ ਜਿਵੇਂ ਕਿਵੇਂ ਵੀ ਹੈ ਇਹਨਾਂ ਦੀ ਅਸੈਸਮੈਂਟ ਕਰਕੇ ਪ੍ਰੋਫੈਸਰਾਂ ਨੂੰ ਜਾਂ ਸਕੂਲ ਟੀਚਰਾਂ ਨੂੰ ਕਿ ਤੁਸੀਂ ਇਹਨਾਂ ਦੇ ਨਤੀਜੇ ਤਿਆਰ ਕਰੋ ਤੇ ਅਸੀਂ ਤਾਂ ਕਿ ਇਹਨਾਂ ਨੂੰ ਅਗਲੇ ਸਰਟੀਫਿਕੇਟ ਦੇ ਦੇਈਏ। ਸਰਟੀਫਿਕੇਟ ਅਥਾਰਟੀ ਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਸਰਟੀਫਿਕੇਟ ਬਣਾਉਣ ਦੀ ਤਿਆਰੀ ਕਰੋ। ਕੀ ਸਿਸਟਮ ਅਸੀਂ ਘੱਟੋ ਘੱਟ 1 ਸਾਲ ਦੇ ਵਿੱਚ ਵੀ ਤਿਆਰ ਨਹੀਂ ਕਰ ਸਕੇ। ਜਿਵੇਂ ਨੋਟਬੰਦੀ ਦੀ ਗੱਲ ਹੋਈ ਸੀ, ਇਸ ਤਰ੍ਹਾਂ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਇਹ ਗੱਲ ਕੀਤੀ ਹੈ
ਕਿ ਨੋਟਬੰਦੀ ਵਾਂਗ ਸਰਕਾਰ ਨੇ ਇੱਕ ਵਾਰ ਫੇਰ ਇਹ ਬਿਨਾਂ ਸੋਚੇ ਸਮਝੇ ਫੈਸਲਾ ਲੈ ਲਿਆ, ਪਰ ਉਹਨਾਂ ਨੇ ਕਿਹਾ ਜੀ ਕਿ ਨੁਕਸਾਨ ਬੱਚਿਆਂ ਦਾ ਬਹੁਤ ਹੋ ਰਿਹਾ ਸੀ, ਪਰ ਇਸ ਤਰ੍ਹਾਂ ਜਲਦਬਾਜ਼ੀ ਦੇ ਵਿੱਚ ਜਿਹੜਾ ਫੈਸਲਾ ਹੈ ਲੈਣਾ ਬਣਦਾ ਨਹੀਂ ਸੀ। ਹੁਣ ਕਈ ਸੂਬੇ ਨੇ ਉਹਨਾਂ ਨੇ ਇਸ ਤੇ ਕਵਾਇਦ ਸ਼ੁਰੂ ਕਰ ਦਿੱਤੀ ਹੈ ਕਿ ਲਓ ਜੀ, ਮੋਦੀ ਸਾਹਿਬ ਨੇ ਕਰ ਦਿੱਤਾ ਹੈ 12ਵੀਂ ਦਾ, ਅਸੀਂ ਵੀ ਹੁਣ ਕਰ ਦਈਏ, ਚੁੱਕ ਦਈਏ ਫੱਟੇ ਤੇ ਇਸ ਤਰ੍ਹਾਂ ਸਰਟੀਫਿਕੇਟ ਜਿਹੜੇ ਆ ਸੌਂਪ ਦਈਏ। ਉਹਨਾਂ ਦੇ ਵਿੱਚ ਤੇ ਸਾਰੇ ਸੂਬੇ ਆਉਂਦੇ ਨੇ, ਕੁਝ ਸੂਬੇ ਉਹ ਵੀ ਹਨ ਜਿਹੜੇ ਅੜ ਰਹੇ ਨੇ, ਉਹ ਕਹਿੰਦੇ ਨੇ ਕਿ ਨਹੀਂ, ਅਸੀਂ ਕੁਝ ਨਾ ਕੁਝ ਕਰਨਾ ਹੈ ਤੇ ਅਸੀਂ ਸੋਚਣਾ ਹੈ, ਅਸੀਂ ਅਜੇ ਪੱਕਾ ਨਹੀਂ ਕੀਤਾ ਕਿ ਅਸੀਂ ਇਸ ਤਰ੍ਹਾਂ 12ਵੀਂ ਵਿੱਚ ਸਾਰਿਆਂ ਨੂੰ ਪਾਸ ਕਰ ਦੇਣਾ ਹੈ ਜਾਂ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦੇਣੀਆਂ ਨੇ। ਉਹਨਾਂ ਵਿੱਚ ਕੇਰਲਾ ਹੈ, ਕਰਨਾਟਕ ਹੈ, ਇੱਕ ਅੱਧਾ ਕੋਈ ਸੂਬਾ ਹੋਰ ਹੈ ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਬੱਚਿਆਂ ਨੂੰ ਕਿਸੇ ਪਲੇਟਫਾਰਮ ਤੇ ਲਿਆ ਕੇ ਉਹਨਾਂ ਦੀ ਮਾੜੀ ਮੋਟੀ ਜਿਹੜੀ ਹੈ ਉਹਨਾਂ ਦਾ ਐਗਜ਼ਾਮ ਜਿਹੜਾ ਲਿਆ ਜਾਵੇ, ਭਾਵੇਂ ਕਿ ਜਿਵੇਂ 3-3 ਘੰਟੇ ਦੇ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਬਜਾਏ ਘੰਟਾ, ਸਵਾ ਘੰਟਾ ਜਾਂ 1.5 ਘੰਟੇ ਦੇ ਐਗਜ਼ਾਮ ਲਏ ਜਾਣ, ਆਨਲਾਈਨ ਲਏ ਜਾਣ, ਜਾਂ ਉਹਨਾਂ ਦੀ ਕੁਝ ਸਬਜੈਕਟ, ਸਾਰੇ ਨਾ ਸਹੀ, ਜਿਹੜੇ ਇੰਪੋਰਟੈਂਟ ਸਬਜੈਕਟ ਨੇ ਜਿਨ੍ਹਾਂ ਵਿੱਚੋਂ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੀ ਅਸੈਸਮੈਂਟ ਕਰਕੇ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਹੈ ਨੰਬਰ ਦਿੱਤੇ ਜਾਣ, ਤੇ ਉਹਨਾਂ ਦੇ ਆਬਜੈਕਟਿਵ ਟਾਈਪ ਸਵਾਲ ਜਿਹੜੇ ਹਨ ਪੁੱਛ ਕੇ ਤੇ ਉਹਨਾਂ ਨੂੰ ਜਾਂ ਸਕੂਲਾਂ ਵਿੱਚ ਬੁਲਾ ਕੇ ਜਾਂ ਕਿਸੇ ਤਰੀਕੇ ਉਹਨਾਂ ਨੂੰ ਆਨਲਾਈਨ ਬੁਲਾ ਕੇ ਜਿਹੜਾ ਹੈ ਉਹਨਾਂ ਦੀ ਕੁਝ ਅਸੈਸਮੈਂਟ ਜਿਹੜੀ ਹੈ ਉਹ ਟੀਚਰਾਂ ਦੇ ਜ਼ਰੀਏ ਕਰਵਾਈ ਜਾਵੇ, ਤਾਂ ਕਿ ਬੱਚਿਆਂ ਦੇ ਪੱਲੇ ਕੁਝ ਤਾਂ ਹੋਵੇ। ਇਹ ਹੁਣ ਜਿਹੜਾ ਹੈ ਸਰਕਾਰ ਦਾ ਡਿਜੀਟਲ ਇੰਡੀਆ ਦਾ ਦਾਅਵੇ ਦੀ ਵੱਡੀ ਫੂਕ ਇਹ ਨਿਕਲ ਗਈ ਹੈ, ਜਦੋਂ ਕਿ ਸਰਕਾਰ ਕਰਦੀ ਸੀ ਕਿ ਸਾਰੇ ਘਰਾਂ 'ਚ ਆਹ ਹੋਵੇਗਾ, ਉਹ ਹੋਵੇਗਾ, ਤੇ ਮੋਦੀ ਮਨ ਕੀ ਬਾਤ ਕਰਦੇ ਨੇ, ਮੀਡੀਆ ਦੇ ਜ਼ਰੀਏ ਪਹੁੰਚਾਉਂਦੇ ਨੇ, ਤੇ ਜਿਹੜੇ ਲੋਕਾਂ ਦਾ ਵਿਚਾਰਿਆਂ ਦਾ 2 ਵਕਤ ਦੀ ਰੋਟੀ ਨਹੀਂ ਹੈ, ਉਹ ਕਿਹੜੇ ਸਮਾਰਟਫੋਨ ਦੇ ਤੇ ਕਿਹੜੇ ਟੈਬ ਦੇ ਜ਼ਰੀਏ ਜਿਹੜਾ ਹੈ ਆਪਣੇ ਬੱਚਿਆਂ ਨੂੰ ਪੜ੍ਹਾਉਣਗੇ, ਇਸ ਗੱਲ ਦੀ ਮੈਨੂੰ ਸਮਝ ਨਹੀਂ ਹੈ। ਇਸ ਗੱਲ ਪ੍ਰਤੀ ਫੇਲ ਹੋਏ, ਗੱਲ ਸਾਨੂੰ ਮੰਨਣੀ ਪਏ। ਸਰਕਾਰ ਕਿਸੇ ਏਜੰਸੀ ਨੂੰ ਹਾਇਰ ਕਰਕੇ ਐਗਜ਼ਾਮਸ MCQ ਟਾਈਪ ਵੀ ਕਰਵਾ ਸਕਦੀ ਹੀ, ਉਸੇ ਵੇਲੇ ਚੈੱਕ ਵੀ ਹੋ ਸਕਦੇ ਸੀਗੇ। ਮੁੱਦੇ ਹਾਲੇ ਹੋਰ ਵੀ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਜੇ ਗੱਲ ਰਾਹੁਲ ਗਾਂਧੀ ਦੀ ਕਰੀਏ ਤੇ ਉਹਨਾਂ ਵੱਲੋਂ ਟਵਿੱਟਰ ਤੇ ਕੋਈ ਕਾਰਵਾਈ ਕੀਤੀ ਗਈ ਹੈ, ਉਹ ਕੀ ਕੀਤਾ ਜੀ ਉਹਨਾਂ ਨੇ? ਰਾਹੁਲ ਗਾਂਧੀ ਵੀ ਸਵਲੀਨ ਇਸ ਤਰ੍ਹਾਂ ਦਾ ਪਲੇਟਫਾਰਮ ਇੱਕ ਸਾਂਭੇ ਬੈਠੇ ਨੇ ਜਿੱਥੇ ਕਿਸੇ ਨੂੰ ਨਾ ਪਤਾ ਲੱਗੇ ਕਿ ਉਹਨਾਂ ਨੇ ਕਿਹੜੇ ਕੱਪੜੇ ਪਾਏ ਹੋਏ ਨੇ ਤੇ ਕਿਹੜੀ ਲੋਕੇਸ਼ਨ ਤੇ ਉਹ ਬੈਠੇ ਹੋਏ ਨੇ। ਤੇ ਬਸ ਉਹ ਪਿਛਲੇ ਕਈ ਸਾਲਾਂ ਤੋਂ ਜਦੋਂ ਉਹਨਾਂ ਨੇ ਇੱਕ ਭੋਲਾ ਜਿਹਾ ਮੂੰਹ ਬਣਾ ਕੇ ਜਿਹੜਾ ਸੀ ਇਹ ਕਹਿ ਦਿੱਤਾ ਸੀ ਕਿ ਦੇਖੋ ਜੀ, ਮੈਂ ਹੁਣ ਕਾਂਗਰਸ ਦਾ ਪ੍ਰਧਾਨ ਨਹੀਂ ਰਹਿਣਾ, ਦੂਸਰੀ ਵਾਰੀ ਲਗਾਤਾਰ ਚੋਣਾਂ ਹਾਰ ਗਏ ਤੇ ਬਹੁਤ ਮੰਦੀ ਹਾਲਤ ਹੋਈ ਹੈ ਕਾਂਗਰਸ ਦੀ, ਤੇ ਮੈਂ ਜਨਰਲ ਸੈਕਟਰੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ। ਤੇ ਕਈ ਵਫਾਦਾਰ ਉਹ ਬੜੇ ਭੁੜਕੇ ਸਨ ਕਿ ਦੇਖੋ ਇਸ ਤਰ੍ਹਾਂ ਕੀ ਹੋ ਸਕਦਾ, ਸਾਡਾ ਤੇ ਆਗੂ ਹੋਈ ਹੈ। ਤੇ ਨਵਜੋਤ ਸਿੰਘ ਸਿੱਧੂ ਵੀ ਸਾਡੇ ਕਹਿੰਦੇ ਸੀ ਕਿ ਮੇਰਾ ਤਾਂ ਕੈਪਟਨ ਰਾਹੁਲ ਗਾਂਧੀ। ਹੁਣ ਉਹ ਕੈਪਟਨ ਤੇ ਜਿਵੇਂ ਹੁਣ ਨਵਜੋਤ ਸਿੰਘ ਸਿੱਧੂ ਨੇ ਗੱਲ ਤੇ ਆਖ ਦਿੱਤੀ ਤੇ ਪੋਸਟਰ ਲੱਗੇ ਫਿਰ ਪੰਜਾਬ ਦੇ ਵਿੱਚ, ਤੇ ਜਦੋਂ ਕੈਪਟਨ ਦੇ ਹਮਾਇਤੀਆਂ ਨੇ ਕਿਹਾ ਸੀ ਕਿ ਸਾਡਾ ਕੈਪਟਨ ਅਮਰਿੰਦਰ ਸਿੰਘ, ਤੇ ਉਹ ਪਤਾ ਨਹੀਂ ਹੁਣ ਇਹ ਕੀ ਸਾਬਤ ਕਰਨਾ ਚਾਹੁੰਦੇ ਸੀ। ਹੁਣ ਰਾਹੁਲ ਗਾਂਧੀ ਨਾਲ ਨੇੜਤਾ ਨਵਜੋਤ ਸਿੱਧੂ ਦੀ ਵੀ ਹੈ, ਪਰ ਨਵਜੋਤ ਸਿੰਘ ਸਿੱਧੂ ਜਿਵੇਂ ਖੁੱਲ ਕੇ ਮੀਡੀਆ ਦੇ ਵਿੱਚ ਖੁੱਲ ਕੇ ਤੇ ਬਹੁਤਾ ਨਹੀਂ ਮੈਂ ਕਹਿ ਸਕਦਾ, ਹਾਲਾਂਕਿ ਉਹਨਾਂ ਨੇ ਆਪਣੇ ਪੂਰੇ ਪੱਤੇ ਨਹੀਂ ਖੋਲੇ ਕਿ ਕੀ ਕਰਨਾ ਚਾਹੁੰਦੇ ਨੇ। ਉਹਨਾਂ ਨੇ ਜਿਸ ਤਰ੍ਹਾਂ ਗੱਲਾਂ ਕੀਤੀਆਂ ਨੇ, ਬੇਬਾਕੀ ਨੇ ਕੀਤੀਆਂ ਨੇ, ਟਵਿੱਟਰ ਵੀ ਯੂਜ਼ ਕੀਤਾ, ਵੀਡੀਓ ਵੀ ਬਣਾਏ, ਪ੍ਰੈਸ ਕਾਨਫਰੰਸ ਵੀ ਮਾੜੀ ਮੋਟੀਆਂ ਕੀਤੀਆਂ। ਮਾੜੀਆਂ ਮੋਟੀਆਂ ਮੈਂ ਇਸ ਕਰਕੇ ਕਹਿ ਰਿਹਾ ਕਿ ਬਹੁਤੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਆਪਣੀ ਗੱਲ ਕਰਕੇ ਤੇ ਹੋ ਜਾਂਦੇ ਨੇ। ਪਰ ਰਾਹੁਲ ਗਾਂਧੀ ਦੇ ਵਿੱਚ ਤਾਂ ਕਰਕੇ ਰਾਹੁਲ ਗਾਂਧੀ ਜਿਹੜੇ ਨੇ ਉਹਨਾਂ ਨੇ ਹਿੰਮਤ ਨਹੀਂ ਹੋਈ, ਟਵਿੱਟਰ ਹੀ ਉਹ ਯੂਜ਼ ਕਰਦੇ ਨੇ, ਉੱਥੇ ਬਾਰ-ਬਾਰ ਗੱਲ ਕਰਦੇ ਨੇ ਤੇ ਸੋਚ ਸਮਝ ਕੇ ਲਿਖਦੇ ਨੇ, ਤੇ ਉਹ ਤਕਰੀਬਨ ਉਹਨਾਂ ਦੇ ਟਵੀਟ ਜਿਹੜੇ ਨੇ ਉਹ ਠੀਕ ਹੀ ਹੁੰਦੇ ਨੇ। ਪਿਛਲੇ ਦਿਨਾਂ ਵਿੱਚ ਕੁਝ ਟਵੀਟ ਉਹਨਾਂ ਨੇ ਕਾਫੀ ਸਟਰੋਂਗ ਵੀ ਕੀਤੇ ਨੇ ਕੇਂਦਰ ਸਰਕਾਰ ਦੇ ਖਿਲਾਫ, ਵੈਕਸੀਨੇਸ਼ਨ ਦੀਆਂ ਗੱਲਾਂ, ਜਿਹੜੇ ਵੈਕਸੀਨੇਸ਼ਨ ਦੀ ਪਾਲਿਸੀ ਹੈ, ਫੇਰ ਲਿਖਿਆ, ਹੋਰ ਕਈ ਗੱਲਾਂ ਲਿਖੀਆਂ ਨੇ। ਪਰ ਹੁਣ ਜਦੋਂ ਟਵਿੱਟਰ ਉਹ ਯੂਜ਼ ਕਰ ਰਹੇ, ਤੇ ਹੁਣ ਕਿਉਂਕਿ ਵੱਡੇ ਲੀਡਰ ਨੇ, ਨੈਚੁਰਲੀ ਭਾਵਾਂ ਕਿ ਸਥਿਤੀ ਬਹੁਤੀ ਵਧੀਆ ਨਹੀਂ ਹੈ ਉਹਨਾਂ ਦੀ, ਤੇ ਉਹਨਾਂ ਨੇ ਤਕਰੀਬਨ 7-8 ਜਣਿਆਂ ਨੂੰ ਅਨਫੋਲੋ ਕੀਤਾ, ਜਿਸ ਵਿੱਚ ਉਹਨਾਂ ਦੇ ਸਾਬਕਾ ਜਿਹੜੇ ਨੇ ਟਵਿੱਟਰ ਦੇ ਮੈਨੇਜਰ ਜਿਹੜੇ ਨੇ, ਜਿਹੜਾ ਉਹਨਾਂ ਦਾ ਹੈਂਡਲ ਕਰਦੇ ਸੀ ਟਵਿੱਟਰ, ਉਹ ਵੀ ਵਿਅਕਤੀ ਨੇ। ਅਲਵਾ ਨਾਂ ਦੇ ਜਿਹੜੇ ਨੇ ਵਿਅਕਤੀ ਨੇ, ਆਸ਼ੀਸ਼ ਅਲਵਾ, ਉਹਨਾਂ ਨੇ ਅਨਫੋਲੋ ਕਰ ਦਿੱਤਾ। ਪਹਿਲਾਂ ਉਹਨਾਂ ਨੂੰ ਹਟਾ ਦਿੱਤਾ ਸੀ ਕੁਝ ਸਮਾਂ ਪਹਿਲਾਂ, ਤੇ ਹੁਣ ਉਹਨਾਂ ਨੂੰ ਅਨਫੋਲੋ ਵੀ ਕਰ ਦਿੱਤਾ। ਜ਼ਾਹਿਰ ਤੌਰ ਤੇ ਉਹਨਾਂ ਦੀ ਕੋਈ ਗੱਲ ਉਹਨਾਂ ਨੂੰ ਨਾ ਪਸੰਦ ਆਈ ਹੋਵੇਗੀ, ਪਰ ਇੱਥੇ ਗੱਲ ਦੱਸਣਯੋਗ ਹੈ ਕਿ ਮਾਰਗਰੇਟ ਅਲਵਾ ਕੇਂਦਰ ਦੀ ਕਾਂਗਰਸ ਦੀ ਇੱਕ ਸਾਬਕਾ ਮੰਤਰੀ ਸੀ ਤੇ ਰਾਜਸਥਾਨ ਦੀ ਗਵਰਨਰ ਵੀ, ਰਾਜਪਾਲ ਵੀ ਰਹਿ ਚੁੱਕੀ ਹੈ। ਇਹ ਉਸਦਾ ਬੇਟਾ ਜੋ ਰਾਹੁਲ ਗਾਂਧੀ ਦੇ ਕਾਫੀ ਕਲੋਜ਼ ਸੀ, ਤੇ ਹੁਣ ਉਸਨੂੰ ਅਨਫੋਲੋ ਕਰ ਦਿੱਤਾ ਗਿਆ ਰਾਹੁਲ ਗਾਂਧੀ ਵੱਲੋਂ। ਤੇ ਉਸਦਾ ਭਰਾ ਜਿਹੜਾ ਸੀ ਉਹ ਰਾਹੁਲ ਗਾਂਧੀ ਦਾ ਕਲਾਸ ਫੈਲੋ ਦੱਸਿਆ ਜਾਂਦਾ, ਤੇ ਰਾਹੁਲ ਗਾਂਧੀ ਦੇ ਨਾਲ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਐਕਟੀਵਿਟੀਜ਼ ਦੇ ਵਿੱਚ ਉਹ ਕਾਫੀ ਸ਼ਾਮਲ ਰਹਿੰਦਾ।
ਹੁਣ ਇਹਨਾਂ ਭਰਾਵਾਂ ਵੱਲੋਂ ਕੀ ਕੋਈ ਅਜਿਹੀ ਗੱਲ ਕੀਤੀ ਗਈ ਜਿਸ ਕਰਕੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਅਨਫੋਲੋ ਕੀਤਾ, ਇਸ ਗੱਲ ਬਾਰੇ ਅਜੇ ਕੁਝ ਨਹੀਂ ਪਤਾ। ਪਰ ਟਵਿੱਟਰ ਤੇ ਉਹ ਐਕਟਿਵ ਨੇ ਤੇ ਉੱਥੇ ਹੀ ਐਕਟਿਵ ਨੇ ਤੇ ਫੋਨ ਤੇ ਅੰਦਰ ਖਾਤੇ ਪੰਜਾਬ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਨੇ। ਕੋਈ ਖਾਸ ਇਸ ਤੋਂ ਬਾਅਦ ਐਕਟੀਵਿਟੀ ਰਾਹੁਲ ਗਾਂਧੀ ਦੀ ਨਹੀਂ ਹੈ। ਉਹ ਜਿਸ ਤਰ੍ਹਾਂ ਦੇ ਜਿਹੜੇ ਭੋਰੇ ਦੇ ਵਿੱਚ ਉਹ ਬੈਠੇ ਹੋਏ ਨੇ ਉੱਥੇ ਹੀ ਨੇ, ਬਾਹਰ ਨਿਕਲ ਕੇ ਕਦੇ ਉਹਨਾਂ ਨੇ ਕੋਈ ਸੋਲਿਡ ਗੱਲ ਖਾਸ ਅਜੇ ਤੱਕ ਨਹੀਂ ਕੀਤੀ। ਜੀ ਕੁਲਦੀਪ ਜੀ, ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਈ ਜਾ ਰਹੀ ਹੈ ਤੇ ਜਾਣ ਤੋਂ ਪਹਿਲਾਂ ਵਿਸਥਾਰ 'ਚ ਤੁਹਾਡੇ ਕੋਲ ਉਹ ਵੀ ਜਾਣਨਾ ਚਾਹੁੰਦੇ ਹਾਂ। ਤਬਲੀਨ 37ਵੀਂ ਵਰ੍ਹੇਗੰਢ ਜਿਹੜੀ ਹੈ ਸਾਕਾ ਨੀਲਾ ਤਾਰਾ ਦੀ ਅਸੀਂ ਮਨਾ ਰਹੇ ਹਾਂ। ਮਨਾਉਣਾ ਕੀ ਹੈ, ਇੱਕ ਤਰ੍ਹਾਂ ਦੇ ਜ਼ਖਮਾਂ ਤੇ ਨਮਕ ਛਿੜਕਣ ਵਾਲੀ ਗੱਲ ਹੈ ਕਿ ਦੁਬਾਰਾ ਸਾਰੀਆਂ ਗੱਲਾਂ ਤਾਜ਼ੀ ਹੰਢਾ ਰਹੇ ਹਾਂ ਜੀ, ਤਾਜ਼ੀਆਂ ਹੋ ਜਾਂਦੀਆਂ ਨੇ। ਔਰ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਔਰ ਵਿਅਕਤੀਆਂ ਦਾ ਇੰਨਿਆਂ ਦਾ ਮਾਰਿਆ ਜਾਣਾ, ਜਿਸ ਵਿੱਚ ਬਜ਼ੁਰਗ, ਬੱਚੇ, ਔਰਤਾਂ ਸਾਰੇ ਸ਼ਾਮਲ ਸਨ। ਇੰਨੇ ਵੱਡੇ ਪੱਧਰ ਤੇ ਇੰਨਾ ਵੱਡਾ ਘੱਲੂਘਾਰਾ ਹੋਣਾ ਜਿਹੜਾ ਸੀ ਉਹ ਵਾਕਿਆ ਹੀ ਇਤਿਹਾਸ ਦੇ ਵਿੱਚ ਲਿਖਿਆ ਗਿਆ। ਔਰ ਜਿਹੜੇ ਉਸ ਵੇਲੇ ਜਿਨ੍ਹਾਂ ਦਾ ਜਨਮ ਨਹੀਂ ਸੀ ਹੋਇਆ ਜਾਂ ਜ਼ਿਆਦਾ ਛੋਟੀ ਉਮਰ ਦੇ ਸੀ, ਉਹ ਸ਼ਾਇਦ ਇਸ ਬਾਰੇ ਬਹੁਤਾ ਨਾ ਉਹਨਾਂ ਨੂੰ ਪਤਾ ਹੋਵੇ। ਮੇਰੀ ਕੋਈ ਜ਼ਿਆਦਾ ਉਮਰ ਨਹੀਂ ਸੀ ਉਸ ਵੇਲੇ, ਪਰ ਜਦੋਂ ਪੜ੍ਹਦੇ ਆ ਵੇਖਦੇ ਆ ਤੇ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਉਜਾਗਰ ਹੁੰਦੀ ਹੈ। ਹੁਣ ਇਹ ਕਿਉਂਕਿ ਅਜੇ ਉਹ ਲੋਕ ਮੌਜੂਦ ਨੇ। ਹੁਣ ਮੈਂ ਦੱਸ ਦੇਵਾਂ ਕਿ ਜਿਹੜੇ ਦੁਖਾਂਤ ਵਰਤਾਰੇ ਇਸ ਖਿੱਤੇ ਨੇ ਹੰਢਾਏ ਨੇ ਵੱਡੇ, ਉਹਨਾਂ ਵਿੱਚ 1947 ਦਾ ਵਰਤਾਰਾ ਸਭ ਤੋਂ ਵੱਡਾ ਸੀ। ਤੇ ਉਸ ਤੋਂ ਬਾਅਦ ਇਹ ਗੱਲ ਕਰ ਲਈਏ ਸਿੱਖ ਧਰਮ ਦੇ ਲਿਹਾਜ਼ ਦੇ ਨਾਲ, ਤੇ ਸਿੱਖਾਂ ਲਈ ਇਹ ਬਹੁਤ ਵੱਡੀ ਹਿਰਦੇ ਵਰੁੰਦਰੇ ਜਾਣ ਵਾਲੀ ਗੱਲ ਸੀ। ਤੇ ਇਹ ਜਦੋਂ ਜੋ ਸਾਰਾ ਕੁਝ ਹੋਇਆ, ਕੀ ਹੋਇਆ, ਕਿਵੇਂ ਹੋਇਆ, ਮੈਂ ਇਸ ਦੇ ਇਤਿਹਾਸ ਵਿੱਚ ਜਾਣਾ ਵਾਜਬ ਇਸ ਵੇਲੇ ਨਹੀਂ ਸਮਝਦਾ ਤੇ ਕੌਣ ਜ਼ਿੰਮੇਵਾਰ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਮੈਂ ਸਮਝਦਾ ਕਿ ਸਰਕਾਰਾਂ ਉਸ ਵੇਲੇ ਦੀਆਂ ਇਹ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਸਕਦੀਆਂ ਸਨ। ਜੇ ਕੁਝ ਵੀ ਉਹਨਾਂ ਦੀ ਸਥਿਤੀ ਜਿਹੜੀ ਹੈ, ਕਿਸੇ ਨੂੰ ਕੁਝ ਵੀ ਕਰਨਾ ਚਾਹੁੰਦੇ ਸੀ ਤੇ ਇਸ ਤਰੀਕੇ ਨਾਲ ਜੋ ਕੀਤਾ ਗਿਆ ਉਹ ਕਿਸੇ ਵੀ ਗੱਲੋਂ ਵਾਜਬ ਨਹੀਂ ਸੀ। ਤੇ ਜੋ ਸਮਾਂ ਚੁਣਿਆ ਗਿਆ, ਜਿਸ ਤਰ੍ਹਾਂ ਇੱਕ ਅਸਥਾਨ ਨੂੰ ਚੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਜਿਹੜਾ ਮਨਾਇਆ ਜਾ ਰਿਹਾ ਸੀ, ਇਹਨਾਂ ਦਿਨਾਂ ਦੇ ਵਿੱਚ ਹੁੰਦਾ ਹੈ। ਬੜੀ ਜ਼ੋਰਦਾਰ ਗਰਮੀ ਹੈ ਔਰ ਪਾਣੀ ਤੋਂ ਤਿਹਾਏ ਤੇ ਉੱਥੇ ਦੀ ਸੰਗਤ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਸਾਰੀਆਂ ਗੱਲਾਂ ਹੈ। ਤੇ ਉਸ ਤੋਂ ਬਾਅਦ ਤਰਾਸਦੀ ਹੈ, ਬੜੀ ਲੰਬੀ ਚੱਲਦੀ ਹੈ ਔਰ ਅਕਤੂਬਰ ਨਵੰਬਰ ਤੱਕ ਪਹੁੰਚਦੀ ਹੈ, ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਫਿਰ ਦਿੱਲੀ ਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ ਔਰ ਨਸਲਕੁਸ਼ੀ ਦਾ ਨਾਮ ਵੀ ਦਿੱਤਾ ਜਾਂਦਾ ਅੱਜ ਕੱਲ੍ਹ ਉਸਨੂੰ। ਸਾਰੀਆਂ ਗੱਲਾਂ ਹੋਈਆਂ, ਇਹ ਬਹੁਤ ਵੱਡੀਆਂ ਇਵੈਂਟ ਸੀ ਇਤਿਹਾਸ ਦੇ ਵਿੱਚ। ਪਰ ਹੁਣ ਕਿਉਂਕਿ 47 ਦੀ ਜਿਹੜੀ ਮੈਂ ਗੱਲ ਕੀਤੀ ਹੈ 1947 ਦੀ, ਤੇ 1947 ਦੇ ਬਾਰੇ ਕੁਝ ਸਾਡੇ ਕੋਲ ਇਸ ਵੇਲੇ ਬਜ਼ੁਰਗ ਸਾਡੇ ਹਨ ਜਿਹੜੇ ਉਸ ਵੇਲੇ ਦੀਆਂ ਗੱਲਾਂ ਬਿਆਨ ਕਰਦੇ ਨੇ। ਕਈ ਬਹੁਤ ਉਮਰ ਦਰਾਜ਼ ਹੋ ਚੁੱਕੇ ਨੇ, ਸਿਆਣੀ ਉਮਰ ਵਾਲੇ ਜਿਹੜੇ ਨੇ, ਉਹ ਜਿਹੜੇ ਜਵਾਨੀ ਦੇ ਵਿੱਚ ਜਿਨ੍ਹਾਂ ਨੇ ਉਦੋਂ ਪੈਰ ਰੱਖਿਆ ਹੀ ਸੀ, 15, 16 ਜਾਂ 18 ਸਾਲ ਵਾਲੇ, ਉਹ ਵੀ ਕਈ ਬਜ਼ੁਰਗ ਹਨ। ਉਹ ਬਿਆਨ ਕਰਦੇ ਨੇ, ਦਾਸਤਾਨ ਕਿਤਾਬਾਂ ਲਿਖੀਆਂ ਗਈਆਂ ਨੇ, ਫਿਲਮਾਂ ਬਣੀਆਂ ਨੇ, ਬਹੁਤ ਕੁਝ ਹੋਇਆ। ਤੇ 84 ਬਾਬਤ ਵੀ ਕਿਤਾਬਾਂ ਜਿਹੜੀਆਂ ਸਾਕਾ ਨੀਲਾ ਤਾਰਾ ਦੇ ਬਾਬਤ ਲਿਖੀਆਂ ਗਈਆਂ ਨੇ ਔਰ ਉਹ ਕਿਤਾਬਾਂ ਵੀ ਵਿਵਾਦਪੂਰਨ ਰਹੀਆਂ ਨੇ। KS ਬਰਾੜ ਨੇ ਵੀ ਕਿਤਾਬ ਲਿਖੀ ਹੋਈ ਹੈ, ਕੁਲਦੀਪ ਸਿੰਘ ਬਰਾੜ ਨੇ, ਜਿਹੜਾ ਕਿ ਮੁੱਖ ਮਾਸਟਰਮਾਈਂਡ ਸੀ। ਜਦੋਂ ਫੌਜ ਨੇ ਹਮਲਾ ਕੀਤਾ ਸਾਰੀ ਪਲੈਨਿੰਗ ਉਸੇ ਨੇ ਕੀਤੀ ਹੋਈ ਸੀ। ਹੁਣ ਉਸਨੇ ਆਪਣੇ ਪੱਖ ਤੋਂ ਲਿਖੀ ਹੈ, ਸਿੱਖ ਵਿਦਵਾਨਾਂ ਨੇ ਲਿਖੀ ਹੈ, ਕਈ ਹੋਰ ਲੋਕਾਂ ਨੇ ਲਿਖੀ ਹੈ। ਸਤੀਸ਼ ਜੈਕਬ ਤੇ ਮਾਰਕ ਠੱਲੀ ਜੋ BBC ਦੇ ਸੰਵਾਦਦਾਤਾ ਸਨ, ਉੱਥੇ ਸਨ, ਪ੍ਰੈਸ ਰਿਪੋਰਟਰ ਸਨ, ਉਹ ਅੰਮ੍ਰਿਤਸਰ ਦੇ ਵਿੱਚ ਮੌਜੂਦ ਸਨ ਉਸ ਵੇਲੇ। ਸਾਰੀ ਉਹਨਾਂ ਨੇ ਅੱਖੀਂ ਦੇਖੀ ਹੈ। ਉਹਨਾਂ ਨੇ ਇੰਦਰਾ ਗਾਂਧੀ ਦੀ ਅੰਤਲੀ ਲੜਾਈ ਵਜੋਂ ਇੱਕ ਕਿਤਾਬ ਜਿਹੜੀ ਹੈ ਸਤੀਸ਼ ਜੈਕਬ ਤੇ ਮਾਰਕ ਠੱਲੀ ਨੇ ਲਿਖੀ ਹੋਈ ਹੈ, ਉਹ ਵੀ ਉਦੋਂ ਹੀ ਆ ਗਈ ਸੀ, ਛੇਤੀ ਆ ਗਈ ਸੀ ਕਿਤਾਬ, ਉਹ ਵੀ ਲੋਕਾਂ ਨੇ ਪੜ੍ਹੀ ਹੋਈ ਹੈ। ਔਰ ਇਸ ਪ੍ਰਤੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜਿਨ੍ਹਾਂ ਨੇ ਪਿੰਡੇ ਤੇ ਵੀ ਹਟਾਇਆ, ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਤਸ਼ੱਦਦ ਉਹਨਾਂ ਤੇ ਕਾਫੀ ਕੀਤਾ ਗਿਆ ਤੇ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਵੇਦਾਂਤੀ ਸਾਹਿਬ, ਤੇ ਕੁਝ ਦਿਨ ਪਹਿਲਾਂ ਸਵਰਗਵਾਸ ਹੋਏ ਨੇ। ਉਹਨਾਂ ਨੇ ਵੀ ਕਿਤਾਬ ਆਪਣੇ ਐਕਸਪੀਰੀਐਂਸਿਸ ਦੀ ਜਿਹੜੀ ਆ ਉਹ ਲਿਖੀ ਹੋਈ ਹੈ। ਹੋਰ ਬਹੁਤ ਸਾਰੇ ਲੋਕਾਂ ਨੇ ਲਿਖੀਆਂ ਹੋਈਆਂ ਨੇ ਬਹੁਤ। ਇਸ ਕਰਕੇ ਮੈਂ ਫਿਰ 47 ਨਾਲ ਜੋੜਾਂ ਤਵਲੀਨ, ਜਦੋਂ 47 ਦੀ ਗੱਲ ਕਰਦੇ ਤਾਂ ਉਹ ਲੋਕਾਂ ਦੀਆਂ ਰਿਕਾਰਡਿੰਗਸ, ਕਿਤਾਬਾਂ ਸਾਰੀਆਂ ਇਸ ਵੇਲੇ ਬਣ ਰਹੀਆਂ ਨੇ। ਤੇ ਹੁਣ ਇਹ 84 ਦੀ ਗੱਲ ਨੂੰ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਕਿਵੇਂ ਪੜ੍ਹੇ, ਦੇਖੇ ਤੇ ਸਹੀ ਜਾਣਕਾਰੀ ਉਹਨਾਂ ਤੱਕ ਪਹੁੰਚ ਸਕੇ, ਇਸ ਪ੍ਰਤੀ ਜਿਹੜਾ ਹੈ ਕੁਝ ਸ਼੍ਰੋਮਣੀ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ। ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਆਲਰੇਡੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ, ਸਾਬਕਾ ਪ੍ਰਧਾਨ ਦੇ ਕੋਲ ਪਹੁੰਚੇ ਨੇ, ਜਿਨ੍ਹਾਂ ਨੇ ਇੱਕ ਵੀਡੀਓ ਬਣਾ ਕੇ ਆਪਣੀ ਹੱਡ ਬੀਤੀ ਜਿਹੜੀ ਆ ਉਸ ਸਮੇਂ ਦੀ ਜਿਹੜੀ ਹੈ ਉਹ ਭੇਜੀ ਸੀ ਅਕਾਲ ਤਖਤ ਸਾਹਿਬ ਨੂੰ ਕਿ ਆਹ ਦੇਖੋ ਮੇਰੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ ਹੋਇਆ ਤੇ ਕਿਵੇਂ ਉੱਥੋਂ ਸਾਨੂੰ ਗ੍ਰਿਫਤਾਰ ਕਰਕੇ ਤੇ 2-3 ਸਾਲ ਤੱਕ ਸੂਰਜ ਦੀ ਕਿਰਨ ਵੀ ਜਿਹੜੀ ਆ ਉਹ ਸਾਨੂੰ ਦੇਖਣ ਨਹੀਂ ਦਿੱਤੀ ਗਈ। ਇਸ ਤਰ੍ਹਾਂ ਦੀਆਂ ਹੋਰ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੀਆਂ ਹੱਡ ਬੀਤੀਆਂ ਨੇ ਜਿਹੜੀਆਂ ਸੁਣ ਕੇ ਜਿਹੜਾ ਇਨਸਾਨ ਦੇ ਲੂੰ ਕੱਢੇ ਖੜੇ ਹੋ ਜਾਂਦੇ ਨੇ। ਸੋ ਅਕਾਲ ਤਖਤ ਸਾਹਿਬ ਨੇ ਇਹ ਪਹਿਲ ਕਦਮੀ ਕੀਤੀ ਹੈ ਕਿ ਅਜਿਹੇ ਲੋਕ ਅੱਗੇ ਆਉਣ, ਸਾਡੇ ਨਾਲ ਅਪਰੋਚ ਕਰਨ ਤੇ ਉਹ ਸਾਰੇ ਸਾਨੂੰ ਦੱਸਣ ਕਿ ਇਹ ਕੀ ਉਹਨਾਂ ਨਾਲ ਹੋਇਆ ਤੇ ਕਿਵੇਂ ਹੋਇਆ ਤੇ ਕਿਸ ਤਰ੍ਹਾਂ ਉਹਨਾਂ ਨੇ ਪਿੰਡੇ ਦਾ ਸਾਰਾ ਕੁਝ ਹੰਡਾਇਆ। ਸੋ ਸਾਰੀ ਹੱਡ ਬੀਤੀ ਨੂੰ
ਜਿਹੜਾ ਹੈ ਬਿਆਨ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਵੀਡੀਓਜ਼ ਦੀ ਮੰਗ ਕੀਤੀ ਹੈ ਤੇ ਕਿ ਵੀਡੀਓ ਦੇ ਜ਼ਰੀਏ ਜਾਂ ਕਿਸੇ ਵੀ ਤਰੀਕੇ ਜਾਂ ਲਿਖਤ ਦੇ ਜ਼ਰੀਏ ਸਾਡੇ ਤੱਕ ਉਹਨੂੰ ਪਹੁੰਚਾਉਣ ਦਾ ਯਤਨ ਕਰੋ, ਤਾਂ ਕਿ ਅਸੀਂ ਇਹਨਾਂ ਨੂੰ ਪੁਰਾਣੇ ਇੱਕ ਰੈਫਰੈਂਸ ਵਜੋਂ ਜਾਂ ਇੱਕ ਡਾਕੂਮੈਂਟਰੀ ਟਾਈਪ ਬਣਾਉਣ ਲਈ ਭਵਿੱਖ ਦੇ ਵਿੱਚ ਇਸ ਨੂੰ ਸਾਂਭ ਕੇ ਰੱਖ ਸਕੀਏ ਤੇ ਬੱਚਿਆਂ ਨੂੰ ਦਿਖਾ ਸਕੀਏ ਕਿ ਇਹ ਸਾਡੇ ਨਾਲ ਕੀ ਹੋਇਆ ਸੀ ਤੇ ਕਿਵੇਂ ਹੋਇਆ ਸੀ ਤੇ ਕਿਉਂ ਹੋਇਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦਾ ਡਿਜੀਟਾਈਜ਼ ਕਰਕੇ ਫੋਰਮ ਦੇ ਵਿੱਚ ਰੱਖਣ ਦਾ ਯਤਨ ਕੀਤਾ ਜਾ ਰਿਹਾ ਜੀ। ਕੁਲਦੀਪ ਜੀ, ਜਾਂਦੇ ਜਾਂਦੇ ਕਿਸਾਨ ਅੰਦੋਲਨ ਦੀ ਗੱਲ ਕਰ ਲਈਏ। ਕਿਸਾਨ ਅੰਦੋਲਨ ਫੇਸਬੁੱਕ ਜਾਂ ਕਿਸੇ ਹੋਰ ਸੋਸ਼ਲ ਪਲੇਟਫਾਰਮ ਤੇ ਬਿਲਕੁਲ ਖਤਮ ਹੋ ਰਿਹਾ, ਕੀ ਇਹ ਸੋਸ਼ਲ ਮੀਡੀਆ ਦੇ ਯੋਧੇ ਜੰਗ ਹਾਰ ਗਏ ਨੇ? ਨਹੀਂ, ਖਤਮ ਨਹੀਂ ਹੋ ਰਿਹਾ ਸਵਲੀਨ ਜੀ। ਇਹ ਇੱਕ ਜਿਹੜੀ ਗੱਲ ਪਹਿਲਾਂ ਵੀ ਅਸੀਂ ਕਰਦੇ ਹੁੰਦੇ, ਇੱਕ ਤਾਂ ਇਹ ਹੈ ਕਿ ਬੇਮੌਸਮੀ ਬਾਰਿਸ਼ਾਂ ਇਸ ਵਾਰੀ ਉੱਤਰੀ ਭਾਰਤ ਦੇ ਵਿੱਚ ਖਾਸ ਤੌਰ ਤੇ ਹੋ ਰਹੀਆਂ ਨੇ, ਤੇ ਖਾਸ ਤੌਰ ਤੇ ਜਿਵੇਂ ਭਖਤ ਦੀ ਗਰਮੀ ਤੋਂ ਰਾਹਤ ਦੇਣੀ ਹੁੰਦੀ ਹੈ ਕਿਸਾਨਾਂ ਨੂੰ, ਉਹ ਥੋੜੀ ਜਿਹੀ ਜ਼ਿਆਦਾ ਦੇ ਬੈਠੀ ਹੈ। ਕੁਦਰਤ ਤੇ ਝੱਖੜ ਤੇ ਵੱਡੀਆਂ ਬਾਰਿਸ਼ਾਂ ਹੋ ਗਈਆਂ ਨੇ ਤੇ ਕਿਸਾਨਾਂ ਨੂੰ ਸਾਰੀ ਸਾਰੀ ਰਾਤ ਉੱਥੇ ਜਗਣਾ ਵੀ ਪੈਂਦਾ, ਤੇ ਝੱਖੜ ਦੇ ਨਾਲ ਟੈਂਟ ਪੁੱਟੇ ਜਾਂਦੇ ਨੇ, ਤੇ ਜਿਹੜੀਆਂ ਸੀਮੈਂਟ ਲੋਹੇ ਦੀਆਂ ਚਾਦਰਾਂ ਹੁੰਦੀਆਂ ਨੇ ਉੱਡ ਪੁੱਟ ਜਾਂਦੀਆਂ ਨੇ, ਜਿਹੜੇ ਟੈਂਪਰੇਰੀ ਜਿਹੜੇ ਅਰੇਂਜਮੈਂਟ ਕੀਤੇ ਹੁੰਦੇ ਨੇ ਉਹ ਸਾਰੇ ਖਿਲਰ ਜਾਂਦੇ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਿਸਾਨ ਚੱਲ ਰਹੇ ਨੇ, ਆਪਣੇ ਪਿੰਡੇ ਤੇ ਹਟਾ ਰਹੇ ਨੇ। ਗਰਮੀ ਤੇ ਹੈ ਹੁੰਦੀ ਹੈ ਇਹਨਾਂ ਦਿਨਾਂ ਵਿੱਚ, ਉਸ ਵਾਸਤੇ ਆਪਣੇ ਆਪ ਨੂੰ ਤਿਆਰ ਕੀਤਾ ਹੋਇਆ, ਪਰ ਕਿਸਾਨ ਅੰਦੋਲਨ ਹੈ, ਜ਼ਿੰਦਾ ਹੈ, ਤੇ ਕਿਸਾਨਾਂ ਵੱਲੋਂ ਨਵੀਆਂ ਰਣਨੀਤੀਆਂ ਦਿਨ ਬ ਦਿਨ ਜਿਹੜੀਆਂ ਉਹ ਲਿਖੀਆਂ ਜਾ ਰਹੀਆਂ ਨੇ। ਦਿਨ ਨਵੇਂ ਜਿਹੜੇ ਨੇ ਇਤਿਹਾਸਿਕ ਦਿਨਾਂ ਨੂੰ ਲੈ ਕੇ ਤੇ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਨੇ ਉਹ ਲਿਖੇ ਜਾ ਰਹੇ ਨੇ। ਕਿਸਾਨ ਅੰਦੋਲਨ ਪਿੱਛੇ ਨਹੀਂ ਹਟ ਰਿਹਾ। ਇਹ ਜਿਵੇਂ ਅਸੀਂ ਪਹਿਲਾਂ ਗੱਲ ਕਰ ਸੀ ਸਾਕਾ ਨੀਲਾ ਧਾਰਾ ਦੀ, ਉਸ ਤੋਂ ਬਾਅਦ ਵੀ ਤੇ ਉਸ ਤੋਂ ਪਹਿਲਾਂ ਵੀ ਪੰਜਾਬੀਆਂ ਨੇ ਮੁਹਿੰਮਾਂ ਦਾ ਕੋਈ ਪਹਿਲੀ ਵਾਰੀ ਮੂੰਹ ਨਹੀਂ ਵੇਖਿਆ। ਇਹ ਬਹੁਤ ਵੱਡੀ ਮੁਹਿੰਮ ਪੰਜਾਬੀਆਂ ਨੇ ਜੋ ਆਰੰਭੀ ਹੋਈ ਹੈ, ਤੇ ਹੁਣ ਜਿਹੜਾ ਭਾਰਤ ਦੇ ਦੋ ਵੱਡੇ ਸੂਬੇ ਹਰਿਆਣਾ ਤੇ ਉੱਤਰ ਪ੍ਰਦੇਸ਼ ਵੀ ਪੰਜਾਬੀਆਂ ਦੇ ਨਾਲ ਇਸ ਜੰਗ ਦੇ ਵਿੱਚ ਜੁੜ ਗਏ ਨੇ। ਕਿਸੇ ਇੱਕ ਧਰਮ ਦੀ, ਕਿਸੇ ਇੱਕ ਜ਼ਾਤ ਦੀ, ਕਿਸੇ ਇੱਕ ਫਿਰਕੇ ਦੀ ਇਹ ਜੰਗ ਨਹੀਂ ਹੈ। ਇਹ ਜੋ ਭਾਰਤ ਦਾ ਇੱਕ ਚਿਹਰਾ ਹੈ ਦੁਨੀਆ ਦੇ ਵਿੱਚ, ਕਿਸਾਨੀ ਦਾ ਚਿਹਰਾ, ਕਿ ਕਿੰਨੇ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ ਤੇ ਇਹੀ ਉਹਨਾਂ ਦੇ ਰੁਜ਼ਗਾਰ ਦਾ ਵਸੀਲਾ, ਇਹ ਉਹਨਾਂ ਵਾਸਤੇ ਜੰਗ ਲੜੀ ਜਾ ਰਹੀ ਹੈ। ਉਮੀਦ ਕਰਦੇ ਹਾਂ ਕਿ ਜਲਦੀ ਜਿੱਤ ਪ੍ਰਾਪਤ ਕਰਨ। ਕੁਲਦੀਪ ਜੀ, ਅਸਲੀ ਹੀਰੋ ਤੇ ਜੰਗ ਲੜ ਹੀ ਰਹੇ ਨੇ। ਮੈਂ ਗੱਲ ਕਰ ਰਹੀ ਸੋਸ਼ਲ ਮੀਡੀਆ ਤੇ ਜਿਹੜੇ ਬਹੁਤ ਐਕਟਿਵ ਸੀ ਪਹਿਲਾਂ, ਉਹ ਅੱਜ ਕੱਲ੍ਹ ਮੱਠੇ ਪੈ ਗਏ ਨੇ। ਸੋਸ਼ਲ ਮੀਡੀਆ ਵਾਲੇ ਹੋ ਜਾਂਦੇ ਨੇ ਐਕਟਿਵ, ਗਰਮੀਆਂ ਤੇ ਸਰਵਰ ਵੀ ਗਰਮ ਹੋ ਜਾਂਦੇ ਨੇ। ਕੋਈ ਗੱਲ ਨਹੀਂ ਇਹੋ ਜਿਹੀ, ਥੋੜਾ ਜਿਹਾ ਪ੍ਰੈਜ਼ੈਂਸ ਸਪਿਰਿਟ ਕਈ ਵਾਰੀ ਕਰਵਾਉਣ ਲਈ ਜਿਹੜਾ ਹੈ, ਦੇਖੋ ਰੈਕਗਨਾਈਜ਼ ਕਰਾਉਣ ਲਈ ਜਿਹੜਾ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ ਦਾ ਇੱਕ ਆਪਣਾ ਵਰਤਾਰਾ ਹੈ, ਜਿਸ ਨੂੰ ਅਸੀਂ ਉਹ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਇਸੇ ਤੇ ਹੈ। ਹੁਣ ਇਹ ਤੁਹਾਡੀ ਉਮਰ ਦੇ ਵਿਅਕਤੀ ਜਿਹੜੇ ਨੇ ਉਹ ਇਸ ਤਰ੍ਹਾਂ ਇਸ ਨੂੰ ਮਹਿਸੂਸ ਕਰ ਸਕਦੇ ਨੇ ਕਿ ਜਿਵੇਂ ਹਰ ਵੇਲੇ ਸੋਸ਼ਲ ਮੀਡੀਆ ਨਾਲ ਜੁੜੇ ਰਹਿਣਾ ਤੇ ਉਸ ਤੋਂ ਹੀ ਸਾਰੀ ਇਨਫੋਰਮੇਸ਼ਨ ਗੈਦਰ ਕਰਨੀ ਤੇ ਉਹਦੇ ਹਿਸਾਬ ਨਾਲ ਚੱਲਣਾ, ਤੇ ਇਹੋ ਹੀ ਮਹਿਸੂਸ ਕਰਨਾ ਕਿ ਜੋ ਸੋਸ਼ਲ ਮੀਡੀਆ ਤੇ ਹੈ ਤੇ ਜਿਸ ਤਰ੍ਹਾਂ ਹੈ ਤੇ ਸ਼ਾਇਦ ਇਹੋ ਹੀ ਅਸਲੀਅਤ ਹੈ, ਜਦਕਿ ਅਸਲੀਅਤ ਇਹ ਨਹੀਂ ਹੁੰਦੀ। ਔਨ ਗਰਾਊਂਡ ਸਵਲੀਨ ਜੀ ਥੋੜਾ ਜਿਹਾ ਵਰਕ ਦੇਖਣ ਦੀ ਲੋੜ ਹੈ। ਮੈਂ ਸਮਝਦਾ ਕਿ ਉਸ ਦੇ ਵਿੱਚ ਕਿਸਾਨ ਪੂਰੇ ਉਤਰ ਰਹੇ ਨੇ। ਜਿਵੇਂ ਪਹਿਲਾਂ ਦੱਸਿਆ ਕਿ ਪਹਿਲਾਂ ਇੱਕ ਮੁੱਢ ਸੀ ਸਾਡਾ ਕਿਸਾਨੀ ਅੰਦੋਲਨ ਦਾ, ਉਹ ਸਿੰਘੂ ਮੋਰਚਾ ਸੀ, ਤੇ ਸਿੰਘੂ ਮੋਰਚੇ ਤੋਂ ਹੁਣ ਥਾਂ ਥਾਂ ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰਨਾ ਪੈ ਰਿਹਾ। ਝੋਨੇ ਦੀ ਬਿਜਾਈ ਵੀ ਚੱਲ ਰਹੀ ਹੈ। ਉਹ ਸੋਸ਼ਲ ਮੀਡੀਆ ਬਾਰੇ ਥੋੜੇ ਫਿਲਟਰ ਆਊਟ ਲੋਕ ਹੋਏ ਨੇ। ਬਹੁਤ ਜ਼ਿਆਦਾ ਲੋਕ ਜੋ ਸਿਰਫ ਇਸੇ ਮੁੱਦੇ ਤੇ ਉਦੋਂ ਪ੍ਰਚਾਰ ਕਰ ਰਹੇ ਸੀ ਜਾਂ ਗੱਲਬਾਤ ਕਰ ਰਹੇ ਸੀ, ਉਹ ਥੋੜੇ ਹੋਰ ਮੁੱਦਿਆਂ ਤੇ ਵੀ ਲੱਗੇ ਨੇ। ਜਿਵੇਂ ਪਹਿਲਾਂ ਦੱਸਿਆ ਕਿ ਕਿਸਾਨੀ ਅੰਦੋਲਨ ਤੇ ਚੱਲ ਰਿਹਾ, ਤੇ ਇਹ ਸ਼ਾਬਾਸ਼ ਨਵਜੋਤ ਸਿੱਧੂ ਐਂਡ ਕੰਪਨੀ ਜਾਂ ਕੈਪਟਨ ਅਮਰਿੰਦਰ ਸਿੰਘ ਨੂੰ, ਜਿਨ੍ਹਾਂ ਨੇ ਲੋਕਾਂ ਦਾ ਧਿਆਨ ਹਟਾ ਕੇ ਤੇ ਜਿਹੜਾ ਆਪਣੀ ਖਾਨਾ ਜੰਗੀ ਵੱਲ, ਇੱਕ ਘਮਸਾਣ ਦਾ ਯੁੱਧ ਹੁੰਦਾ, ਇੱਕ ਪੰਜਾਬੀ ਚ ਘਸਵਾਣ ਕਹਿੰਦੇ ਨੇ, ਇਹ ਉਹ ਘਸਵਾਣ ਜਿਹੜਾ ਕਾਂਗਰਸ ਨੇ ਪਾਇਆ ਹੋਇਆ ਬੇਸਿਕਲੀ ਆਪਣੇ ਆਗੂਆਂ ਨੇ। ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਗੱਲਾਂ ਨਾਲ ਭਰਿਆ ਹੋਇਆ। ਕਿਸਾਨਾਂ ਨੂੰ ਜਿੰਨੀ ਕੁ ਥਾਂ ਚਾਹੀਦੀ ਹੈ ਉਹ ਸਿੰਘੂ ਮੋਰਚੇ ਤੇ ਮਲ ਕੇ ਬੈਠੇ ਨੇ, ਉੱਥੋਂ ਜਾਣ ਵਾਲੇ ਲਈ ਕਿਤੇ ਸਵਲੀਨ ਜੀ ਚੇਤਾ ਰੱਖਿਓ। ਠੀਕ ਹੈ ਜੀ, ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ, ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।